कहने का मतलब आ कि लीडरां दी सुनी नहीं जाती, फिर तो असल लीडर तो ਲੱਖਾ ਸਿਧਾਣਾ ਤੇ ਦੀਪ ਸਿੱਧੂ ਹੋਏ ਜਿਹੜੇ ਉਹਨਾਂ ਦੇ ਪਿੱਛੇ ਨੌਜਵਾਨ ਲੱਗੇ। ਕੁਛ ਨੌਜਵਾਨ ਸੀ, ਸਾਰੇ ਤਾਂ ਨਹੀਂ ਸੀ ਨਾ, ਕੁਛ ਨੌਜਵਾਨ ਸੀਗੇ ਜਦੋਂ ਕੁਛ ਤਾਂ ਇਹੋ ਜਿਹੇ ਸੀ ਕਿ ਜਿਹੜੇ ਆਪਣੀ ਤੈਅ ਰੂਟ ਤੇ ਜਾ ਰਹੇ ਸੀ, ਉਹਨੂੰ ਰੂਟ ਹੀ ਨਹੀਂ ਸੀ ਪਤਾ। ਕਿਸਾਨ ਜਿਹੜੇ ਦਿੱਲੀ ਦੀ ਬਰੂਹਾਂ ਤੇ ਬੈਠੇ ਨੇ 100 ਦਿਨ ਪੂਰੇ ਹੋ ਗਏ। ਜੇ 100 ਦਿਨ ਸਾਨੂੰ ਹੋਰ ਮਿਲ ਜਾਂਦਾ ਤਾਂ ਅਸੀਂ ਸਾਰਾ ਹੀ ਹਿੰਦੁਸਤਾਨ ਕਵਰ ਕਰ ਜਾਾਂਗੇ, ਅਸੀਂ ਇੰਨੇ ਦ੍ਰਿੜ ਆ ਜੀ। 70 ਵਿਛ ਗਏ 300 ਘਰਾਂ ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ 100 ਦਿਨ ਜਿਹੜੇ ਹੋਰ ਮਿਲ ਜਾਣ, ਕਿ ਲੱਗਦਾ ਨਹੀਂ ਕਿ 300 ਤਾਂ 100 ਦਿਨਾਂ ਦੇ ਵਿੱਚ ਹੋ ਗਏ, ਹੋਰ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕਿੰਨੇ ਕੁ ਸ਼ਹੀਦੀਆਂ ਹੋਣਗੀਆਂ। ਪਰ ਜਦੋਂ ਇਦਾਂ ਦੇ ਅੰਦੋਲਨ ਚੱਲਦੇ ਆ, ਦੇਖੋ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ, ਸ਼ਹਾਦਤਾਂ ਵੀ ਹੁੰਦੀਆਂ ਨੇ, ਪਰ ਉਹਦੇ ਵਾਸਤੇ ਕਿਸਾਨ ਜ਼ਿੰਮੇਵਾਰ ਨਹੀਂ, ਉਹਦੇ ਵਾਸਤੇ ਮੋਦੀ ਗਵਰਨਮੈਂਟ ਹੀ ਜ਼ਿੰਮੇਵਾਰ ਆ। ਜਿਹੜਾ ਪੈਸਾ ਇਕੱਠਾ ਹੋ ਰਿਹਾ ਸਟੇਜ ਤੇ, ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ, ਉਹਨਾਂ ਨੂੰ ਵੀ ਤੁਸੀਂ ਸ਼ਹੀਦ ਦਾ ਦਰਜਾ ਦੇ ਰਹੇ ਹੋ, ਤੇ ਉਹਨਾਂ ਦੇ ਪਰਿਵਾਰਾਂ ਲਈ ਵੀ ਅਜਿਹੀ ਜਿਹੜੀ ਮਦਦ ਕਰੋਗੇ। ਕਿਸੇ ਨਾ ਕਿਸੇ ਤਰ੍ਹਾਂ ਭਾਵੁਕ ਹੋ ਕੇ ਉਹਨਾਂ ਜੇ ਗਲਤ ਸਟੈਪ ਚੁੱਕ ਲਿਆ ਤੇ ਅਸੀਂ ਉਹਨਾਂ ਨੂੰ ਪਰਿਵਾਰਾਂ ਨੂੰ ਵੀ ਗੱਲ ਨਾਲ ਲਾਵਾਂਗੇ। ਇਸ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫੀ ਦੀ ਗੱਲ ਕਹੀ ਸੀ ਕਿ ਕਰਜ਼ਾ ਮਾਫ ਕੀਤਾ ਜਾਊਗਾ, ਉਸ ਤੋਂ ਬਾਅਦ ਬੜੀਆਂ ਖੁਦਕੁਸ਼ੀਆਂ ਹੋਈਆਂ ਸੀ। ਇਹ ਸਵਾਲ ਵੀ ਬਿਲਕੁਲ ਉਸ ਸਵਾਲ ਦੇ ਨਾਲ ਜੁੜਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਤੇ ਸੰਯੁਕਤ ਮੋਰਚੇ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਫਰਕ ਆ ਜੀ। ਦੇਖੋ ਸਵਾਲ ਇਹ ਆਉਂਦੇ ਨੇ ਕਿ ਜਿਹੜੇ ਕਿਸਾਨ ਨੇ ਉਹ ਵੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਨੇ, ਭਾਵੇਂ ਕਾਂਗਰਸ ਪਾਰਟੀ ਦੇ ਨਾਲ ਹੋਵੇ, ਭਾਵੇਂ ਆਮ ਆਦਮੀ ਪਾਰਟੀ ਦੇ, ਭਾਵੇਂ ਅਕਾਲੀ ਦਲ ਦੇ, ਉਹ ਵੀ ਪਾਰਟੀਆਂ ਦੇ ਨਾਲ ਜੁੜੇ ਹੋਏ ਸੀ। ਪਰ ਜਿਹੜਾ ਆਮ ਕਿਸਾਨ ਉਹ ਵੀ ਗੱਲ ਕਹਿੰਦਾ ਕਿ ਪਹਿਲਾਂ ਮੈਂ ਕਿਸਾਨ ਆ, ਮੈਂ ਕਿਸਾਨ ਨੂੰ ਬਣਨਾ ਚਾਹੂੰਗਾ, ਫਿਰ ਮੈਂ ਪਾਰਟੀ ਵੇਖੂੰਗਾ। ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮਹਿਮਾਨਾਂ ਦੇ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਹਰ ਵਾਰ ਵੱਖ-ਵੱਖ ਮਾਮਲਿਆਂ ਤੇ ਚਰਚਾ ਕਰਦੇ ਹਾਂ। ਅੱਜ ਅਸੀਂ ਜਿਸ ਮਾਮਲੇ ਤੇ ਚਰਚਾ ਕਰਨ ਵਾਲੇ ਹਾਂ ਉਹ ਮਾਮਲਾ ਕਿਸਾਨਾਂ ਦਾ, ਕਿਉਂਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ, ਪਰ ਸਰਕਾਰ ਦਾ ਉਹੀ ਰਵੱਈਆ ਦੇਖਣ ਨੂੰ ਮਿਲ ਰਿਹਾ। ਇਸ ਮੁੱਦੇ ਤੇ ਚਰਚਾ ਕਰਾਂਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ। ਦਿਲਜੀਤ ਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਧੰਨਵਾਦ ਜੀ, ਸ਼ੁਕਰੀਆ। ਦਿਲਜੀਤ ਜੀ, ਕਿਸਾਨ ਜਿਹੜੇ ਦਿੱਲੀ ਦੀ ਬਰੂਹਾਂ ਤੇ ਬੈਠੇ ਨੇ 100 ਦਿਨ ਪੂਰੇ ਹੋ ਗਏ, ਯਾਨੀ ਕਿ ਹੁਣ 106 ਜਾਂ 7 ਦਿਨ ਹੋ ਗਏ ਲਗਾਤਾਰ। 100 ਦਿਨਾਂ ਦੇ ਵਿੱਚ ਕਿੰਨੀ ਕੁ ਪ੍ਰਾਪਤੀਆਂ ਹੋਈਆਂ ਜੀ? ਵੇਖੋ 100 ਦਿਨ ਦੇ ਵਿੱਚ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲਈਆਂ। ਜੇ ਅਸੀਂ 3 ਮਹੀਨੇ ਪਹਿਲਾਂ ਅਸੀਂ ਪੰਜਾਬ ਤੋਂ ਅੰਦੋਲਨ ਸ਼ੁਰੂ ਕੀਤਾ ਸੀ, ਜੇ ਸਾਨੂੰ ਸਰਕਾਰ ਪੰਜਾਬ ਤੱਕ ਰੋਕ ਲੈਂਦੀ ਤਾਂ ਅਸੀਂ ਪੰਜਾਬ ਤੱਕ ਹੀ ਸੀਮਤ ਰਹਿਣਾ ਸੀ। ਪਰ ਅਸੀਂ ਜੋ ਇੱਥੋਂ ਤੁਰੇ ਸੀਗੇ 26-27 ਨਵੰਬਰ ਨੂੰ, ਅਸੀਂ ਇਹ ਕਹਿ ਕੇ ਤੁਰੇ ਸੀ ਕਿ ਅਸੀਂ 100 ਦਿਨ ਦਾ ਰਾਸ਼ਨ ਲੈ ਕੇ ਚੱਲੇ 6 ਮਹੀਨੇ ਦਾ। ਅਜੇ ਤੇ ਸਾਡੇ 3 ਮਹੀਨੇ ਪੂਰੇ ਹੋਏ। ਜੋ ਹਿਸਾਬ ਦੀ ਆਪਾਂ ਗੱਲ ਕਰੀਏ, ਜਿੱਦਾਂ ਅਸੀਂ ਨਾਅਰਾ ਦਿੱਤਾ ਸੀ, 3 ਮਹੀਨੇ ਦਾ ਸਾਡੇ ਬਾਕੀ ਹੈ ਜੀ। ਤੇ ਉਸ 100 ਦਿਨ ਦੇ ਵਿੱਚ ਅਸੀਂ ਦੇਖੋ ਪੰਜਾਬ ਨੂੰ ਛੱਡ ਸਾਡੇ ਨਾਲ ਹਰਿਆਣਾ ਰਲਿਆ ਜੀ, ਯੂਪੀ ਰਲ ਗਿਆ, ਉੱਤਰਾਖੰਡ ਰਲ ਗਿਆ, ਬੁੰਦੇਲਖੰਡ ਰਲ ਗਿਆ, ਈਵਨ ਕਿ ਸਾਊਥ ਦੇ ਵਿੱਚੋਂ ਦੇਖੋ ਕਿੰਨੇ ਕਾਫਲੇ ਇੱਥੇ ਆ ਰਹੇ ਆ। ਬਿਲਕੁਲ ਜੀ। 100 ਦਿਨ ਦੇ ਵਿੱਚ ਅਸੀਂ ਲਗਭਗ 20 ਸੂਬੇ ਅਸੀਂ ਕਵਰ ਕਰ ਚੁੱਕੇ ਹਾਂ, ਜਿੱਥੇ ਜਿਹੜੀ ਅੰਦੋਲਨ ਦੀ ਚਿਣਗ ਲੱਗ ਚੁੱਕੀ ਆ, ਇੱਕ ਲਹਿਰ ਬਣ ਚੁੱਕੀ ਆ। ਬੇਸ਼ੱਕ ਮੋਦੀ ਸਰਕਾਰ ਨਾ ਸਾਡੇ ਨਾਲ ਗੱਲ ਕਰੇ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਦੇ ਵਿੱਚ ਇੰਨੀ ਘਬਰਾਹਟ ਹੈ ਮੋਦੀ ਗੌਰਮੈਂਟ ਦੇ ਵਿੱਚ। ਅਸੀਂ ਨਹੀਂ ਲੱਗਦਾ ਕਿ ਉਹਨਾਂ ਦੇ ਮੰਤਰੀ ਜਾਂ ਕੋਈ ਉਹ ਆਪਣੀ ਨੀਂਦ ਸੌਂਦੇ ਹੋਣ। 100 ਦਿਨ ਸਾਨੂੰ ਹੋਰ ਮਿਲ ਜਾਂਦਾ, ਬੇਸ਼ੱਕ ਸਾਡੇ ਨਾਲ ਬਸ਼ਰਤ ਨਾ ਗੱਲ ਕਰਨ, ਸਾਨੂੰ ਕੋਈ ਨਹੀਂ। ਜੇ 100 ਦਿਨ ਸਾਨੂੰ ਹੋਰ ਮਿਲ ਜਾਂਦਾ ਤਾਂ ਅਸੀਂ ਸਾਰਾ ਹੀ ਹਿੰਦੁਸਤਾਨ ਕਵਰ ਕਰ ਜਾਾਂਗੇ, ਅਸੀਂ ਇੰਨੇ ਦ੍ਰਿੜ ਆ ਜੀ। ਤੁਸੀਂ ਕਹਿ ਰਹੇ ਹੋ 100 ਦਿਨ ਦੇ ਵਿੱਚ ਤੁਸੀਂ ਇੰਨੀਆਂ ਪ੍ਰਾਪਤੀਆਂ ਕਰੀਆਂ, ਪਰ ਤੁਹਾਨੂੰ ਨਹੀਂ ਲੱਗਦਾ ਕਿ 100 ਦਿਨਾਂ ਦੇ ਵਿੱਚ 300 ਜਿਹੜੇ ਕਿਸਾਨ ਨੇ ਉਹ ਸ਼ਹਾਦਤਾਂ ਜਾਮ ਵੀ ਪੀ ਗਏ, ਯਾਨੀ ਕਿ 300 ਕਿਸਾਨ ਵਿਛੋੜੇ ਪੈ ਗਏ, ਜਿਹੜੇ 70 ਵਿਛ ਗਏ 300 ਘਰਾਂ ਦੇ ਵਿੱਚ। ਤੁਸੀਂ ਕਹਿ ਰਹੇ ਹੋ ਕਿ 100 ਦਿਨ ਜਿਹੜੇ ਹੋਰ ਮਿਲ ਜਾਣ, ਕਿ ਲੱਗਦਾ ਨਹੀਂ ਕਿ 300 ਤਾਂ 100 ਦਿਨਾਂ ਦੇ ਵਿੱਚ ਹੋ ਗਏ, ਹੋਰ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕਿੰਨੇ ਕੁ ਸ਼ਹੀਦੀਆਂ ਹੋਣਗੀਆਂ। ਨਹੀਂ, ਸਾਨੂੰ ਉਹਨਾਂ ਦਾ ਦੁੱਖ ਹੈ, ਉਹਨਾਂ ਦੀ ਸ਼ਹਾਦਤਾਂ ਦਾ। ਪਰ ਜਦੋਂ ਇਦਾਂ ਦੇ ਅੰਦੋਲਨ ਚੱਲਦੇ ਆ, ਦੇਖੋ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ, ਸ਼ਹਾਦਤਾਂ ਵੀ ਹੁੰਦੀਆਂ ਨੇ, ਪਰ ਉਹਦੇ ਵਾਸਤੇ ਕਿਸਾਨ ਜ਼ਿੰਮੇਵਾਰ ਨਹੀਂ, ਉਹਦੇ ਵਾਸਤੇ ਮੋਦੀ ਗਵਰਨਮੈਂਟ ਹੀ ਜ਼ਿੰਮੇਵਾਰ ਆ। ਆਪਾਂ ਉਹਨਾਂ ਨੂੰ, ਚਲੋ ਅਸੀਂ ਤਾਂ ਸ਼ਹਾਦਤ ਹੀ ਵਰਤਾਂਗੇ, ਪਰ ਇਹਨਾਂ ਦੀ ਮੌਤ ਦਾ ਕਾਰਨ ਜਿਹੜਾ ਵਾ ਬੀਜੇਪੀ ਗਵਰਨਮੈਂਟ ਆ, ਜਿਨ੍ਹਾਂ ਨੇ ਕਾਨੂੰਨ ਇੱਦਾਂ ਦੇ ਕਾਲੇ ਕਾਨੂੰਨ ਬਣਾਏ, ਉਹ ਵੀ ਇੱਕ ਅਨਡੈਮੋਕ੍ਰੈਟਿਕ ਵੇ ਨਾਲ ਬਣਾਏ। ਆਪਣੇ ਕਰੋਨਾ ਦਾ ਹਊਆ ਪੈਦਾ ਕਰਕੇ ਦੇਖੋ, ਇੱਕ ਮਹਾਮਾਰੀ ਸ਼ਬਦ ਉਹਨੂੰ ਦਿੱਤਾ ਇਹਨਾਂ ਨਾਮ ਕਿ ਮਹਾਮਾਰੀ ਆ, ਉਹਦੀ ਆੜ ਦੇ ਵਿੱਚ ਕਾਨੂੰਨ ਪਾਸ ਕੀਤੇ ਆ। ਤੇ ਕਿਸਾਨ ਤਾਂ ਮਜਬੂਰੀ ਵਸ ਬੈਠੇ ਆ, ਉਹਦੀ ਮਜਬੂਰੀ ਆ। ਬਿਲਕੁਲ। ਤੇ ਸਾਨੂੰ ਅਫਸੋਸ ਹੈ ਉਹਨਾਂ ਦੀ ਸ਼ਹਾਦਤਾਂ ਦਾ। ਦਲਜੀਤ ਜੀ, ਕੁਰਬਾਨੀਆਂ ਚਲੋ ਸਮਝ ਆਉਂਦੀਆਂ ਨੇ, ਪਰ ਜਿਹੜੀਆਂ ਖੁਦਕੁਸ਼ੀਆਂ ਉਹ ਕਿਉਂ ਅੰਦੋਲਨ ਦੇ ਰਾਹ ਦੇ ਉੱਤੇ ਹੁੰਦੀਆਂ ਨੇ? ਵੇਖੋ ਜੀ, ਕਈ ਬੰਦੇ ਜਜ਼ਬਾਤੀ ਹੁੰਦੇ ਆ, ਜਜ਼ਬਾਤ ਨਾਲ ਖੇਡਦੇ ਆ, ਰੋਜ਼ ਦੇਖਦੇ ਆ,
ਹੁਣ ਆਪਾਂ ਕੱਲ ਦੀ ਗੱਲ ਕਰੀਏ, ਇੱਕ ਟਿੱਕਰੀ ਬਾਰਡਰ ਤੇ ਕਿਸਾਨ ਨੇ ਆਤਮ ਹੱਤਿਆ ਕੀਤੀ, ਹਰਿਆਣੇ ਦੇ ਕਿਸਾਨ ਨੇ, ਉਹਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ, ਇਸ ਗੱਲ ਦਾ ਕਿ ਦੇਖੋ ਮਰਨ ਵਾਲੇ ਦੀ ਆਤਮ ਇੱਛਾ ਜਿਹੜੀ ਪੁੱਛੀ ਜਾਂਦੀ ਆ। ਉਹਨੇ ਵੀ ਆਪਣੀ ਜਿਹੜੀ ਸੁਸਾਈਡ ਨੋਟ ਦੇ ਵਿੱਚ ਇਹ ਲਿਖਿਆ ਕਿ ਮੋਦੀ ਗਵਰਨਮੈਂਟ ਨੇ ਕਿਹਾ ਕਿ ਦੇਖੋ ਸਾਡੀ ਇਹੋ ਮੇਰੀ ਆਖਰੀ ਇੱਛਾ ਕਿ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਤੇ ਕਿਸਾਨਾਂ ਨੂੰ ਖੁਸ਼ੀ ਜਿਹੜਾ ਉਹਨਾਂ ਨੂੰ ਘਰ ਤੋਰਿਆ ਜਾਵੇ ਜੀ। ਪਰ ਇਹ ਇੱਕ ਬੁਜ਼ਦਿਲੀ ਦੀ ਵੀ ਤਾਂ ਨਿਸ਼ਾਨੀ ਹੁੰਦੀ ਆ, ਕਿਉਂਕਿ ਇੱਕ ਵਾਰ ਆਪਾਂ ਕਹਿੰਦੇ ਨੇ ਮਰਨ ਤੋਂ ਪਹਿਲਾਂ ਇੱਛਾ ਲਿਖ ਕੇ ਚਲੇ ਗਏ, ਪਰ ਪਿੱਛੇ ਪਰਿਵਾਰ ਦੇ ਲਈ ਜਿਹੜਾ ਵੱਡਾ ਸਦਮਾ ਜਿਹੜਾ ਕਹਿ ਸਕਦੇ ਆ ਆਪਾਂ, ਸਾਰੀ ਉਮਰ ਜਿਹੜਾ ਪਰਿਵਾਰ ਉਸ ਸਦਮੇ 'ਚ ਉੱਭਰ ਨਹੀਂ ਸਕਦਾ। ਕਿਸਾਨ ਜਥੇਬੰਦੀਆਂ ਹਮੇਸ਼ਾ ਹੀ ਕਹਿੰਦੀਆਂ ਕਿ ਖੁਦਕੁਸ਼ੀਆਂ ਨਾ ਕਰੋ, ਸੰਘਰਸ਼ ਕਰੋ। ਸੰਘਰਸ਼ ਕੋਈ ਕਰਾਇਆ ਜਿਹੜਾ ਇਸ ਆਪਾਂ ਜ਼ਿੰਦਗੀ ਵਿੱਚ ਸੰਘਰਸ਼ ਕਰਾਂਗੇ ਤੇ ਪ੍ਰਾਪਤ ਕਰਾਂਗੇ। ਅਸੀਂ ਨਹੀਂ ਕਹਿੰਦੇ, ਪਰ ਫਿਰ ਵੀ ਵਿਚਾਰ ਨੇ ਆਪੋ ਆਪਣੇ, ਕਈ ਬੰਦੇ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਆ, ਕੋਈ ਕਿਸ ਤਰ੍ਹਾਂ ਦੇ ਹਾਲਾਤ 'ਚ ਪੈਦਾ ਹੋ ਜਾਂਦੇ ਆ, ਨਹੀਂ ਬਰਦਾਸ਼ਤ ਕਰ ਪਾਉਂਦੇ। ਪਰ ਅਸੀਂ ਫਿਰ ਵੀ ਵਾਰ-ਵਾਰ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ ਕੋਈ ਖੁਦਕੁਸ਼ੀ ਤੇ ਕੋਈ ਹੱਲ ਨਹੀਂ ਹੈਗਾ। ਸੰਘਰਸ਼ ਕਰੋ, ਸੰਘਰਸ਼ ਨਾਲ ਹੀ ਆਪਾਂ ਜਿੱਤ ਪ੍ਰਾਪਤ ਕਰਾਂਗੇ। ਜਿਹੜੇ ਕਿਸਾਨ ਸ਼ਹੀਦ ਹੋ ਰਹੇ ਨੇ, ਅਚਨਚੇਤ ਮੌਤ ਹੋ ਰਹੀ ਆ, ਕਿਸੇ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ, ਕੋਈ ਐਕਸੀਡੈਂਟ ਦੇ ਵਿੱਚ ਸ਼ਹੀਦ ਹੋ ਗਿਆ, ਤੇ ਚਲੋ ਉਹਨਾਂ ਦੇ ਲਈ ਐਲਾਨ ਕੀਤਾ ਕਿਸਾਨ ਜਥੇਬੰਦੀਆਂ ਨੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਬਣਦੀ ਮਦਦ ਵੀ ਦੇਵਾਂਗੇ, ਪਰ ਜਿਹੜਾ ਪੈਸਾ ਇਕੱਠਾ ਹੋ ਰਿਹਾ ਸਟੇਜ ਤੇ, ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਸ਼ਹੀਦ ਦਾ ਦਰਜਾ ਦੇ ਰਹੇ ਹੋ, ਤੇ ਉਹਨਾਂ ਦੇ ਪਰਿਵਾਰਾਂ ਲਈ ਵੀ ਅਜਿਹੀ ਜਿਹੜੀ ਮਦਦ ਕਰੋਗੇ? ਬਿਲਕੁਲ ਕਰਾਂਗੇ ਜੀ, ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੀ ਨੇ ਨਾ ਜੀ। ਉਹ ਸਾਡੇ ਕਿਸਾਨ ਸੰਘਰਸ਼ 'ਚ ਗਏ, ਕਿਸੇ ਨਾ ਕਿਸੇ ਤਰ੍ਹਾਂ ਭਾਵੁਕ ਹੋ ਕੇ ਉਹਨਾਂ ਜੇ ਗਲਤ ਸਟੈਪ ਚੁੱਕ ਲਿਆ ਤੇ ਅਸੀਂ ਉਹਨਾਂ ਨੂੰ, ਪਰਿਵਾਰਾਂ ਨੂੰ ਵੀ ਗੱਲ ਨਾਲ ਲਾਵਾਂਗੇ। ਇਸ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਕਿਤੇ ਇਹ ਕਾਰਨ ਤਾਂ ਨਹੀਂ ਫਿਰ ਜਿਹੜੇ ਖੁਦਕੁਸ਼ੀਆਂ ਕਰ ਜਾਂਦੇ ਨੇ, ਕਿਉਂਕਿ ਪਹਿਲਾਂ ਹੀ ਕਿਸਾਨ ਨੇ ਜਿਹੜੇ ਬਹੁਤ ਕਰਜ਼ਾਈ ਨੇ, ਕਿਤੇ ਇਹ ਹੋਵੇ ਕਿ ਹਾਂ ਜਦੋਂ ਖੁਦਕੁਸ਼ੀ ਕਰ ਲਈ ਅੰਦੋਲਨ ਦੇ ਰਾਹ ਤੇ ਜਾ ਕੇ, ਪਿੱਛੇ ਪਰਿਵਾਰ ਦਾ ਸਹਾਰਾ ਤਾਂ ਚਲੋ ਕਿਸਾਨ ਜਥੇਬੰਦੀਆਂ ਬੈਠੀਆਂ ਨੇ, ਇਹ ਕਾਰਨ ਤਾਂ ਨਹੀਂ ਸਮਝਦੇ? ਨਹੀਂ, ਇਦਾਂ ਦਾ ਕੋਈ ਕਾਰਨ ਨਹੀਂ ਜੀ। ਦੇਖੋ ਅਸੀਂ ਸਮਝਦੇ ਹਾਂ ਜਿਹੜੇ ਬੰਦੇ 15-20 ਦਿਨ ਉੱਥੇ ਲਾ ਰਹੇ ਆ, ਕੋਈ 90 ਦਿਨ ਲਾ ਰਿਹਾ, ਕੋਈ 10 ਦਿਨ ਲਾ ਰਿਹਾ, ਕੋਈ ਰੂਟੀਨ 'ਚ ਜਾ ਰਿਹਾ ਆ, ਤੇ ਉਹ ਹਿੱਸਾ ਨੇ ਅੰਦੋਲਨ ਦਾ। ਕਿਉਂਕਿ ਮੇਰਾ ਇਹ ਸਵਾਲ ਇਸ ਕਰਕੇ ਦਲਜੀਤ ਜੀ, ਕਿਉਂਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮਾਫੀ ਦੀ ਗੱਲ ਕਹੀ ਸੀ ਕਿ ਕਰਜ਼ਾ ਮਾਫ ਕੀਤਾ ਜਾਊਗਾ, ਉਸ ਤੋਂ ਬਾਅਦ ਬੜੀਆਂ ਖੁਦਕੁਸ਼ੀਆਂ ਹੋਈਆਂ ਸੀ। ਇਹ ਸਵਾਲ ਵੀ ਬਿਲਕੁਲ ਉਸ ਸਵਾਲ ਦੇ ਨਾਲ ਜੁੜਿਆ ਹੋਇਆ। ਨਹੀਂ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਕਰਜ਼ਾ ਹਰ ਤਰ੍ਹਾਂ ਦਾ ਮਾਫ ਕਰਨ ਦਾ ਵਾਅਦਾ ਕੀਤਾ ਸੀਗਾ। ਹੁਣ ਉਹ ਜਿੰਨਾ ਕੀਤਾ ਸੀ ਉਹਨਾਂ ਹੋਇਆ ਨਹੀਂ। ਕੁਝ ਕਿਸਾਨ ਜਿਹੜੇ ਸੀ ਉਸ ਐਲਾਨ ਨੂੰ ਲੈ ਕੇ ਆਸ਼ਵੰਦ ਸੀਗੇ। ਜਦੋਂ ਉਹਨਾਂ ਦੀ ਉਹ ਆਸ ਪੂਰੀ ਨਹੀਂ ਹੋਈ ਤਾਂ ਉਹ ਕਿਸਾਨ ਆਤਮ ਹੱਤਿਆ ਕਰ ਗਏ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਤੇ ਸੰਯੁਕਤ ਮੋਰਚੇ ਦੇ ਵਿੱਚ, ਇਹਨਾਂ ਦੇ ਵਿੱਚ ਬਹੁਤ ਫਰਕ ਆ ਜੀ। ਦੇਖੋ ਉਹਨਾਂ ਨੂੰ ਕੋਈ ਪੋਲੀਟੀਕਲ ਹੋ ਸਕਦਾ ਹੈ, ਉਹਨਾਂ ਦੀ ਕੋਈ ਪੋਲੀਟੀਕਲ ਲਾਹਾ ਲੈਣ ਵਾਸਤੇ ਉਹਨਾਂ ਦੇ ਕੋਈ ਇਦਾਂ ਦੇ ਐਲਾਨ ਹੋ ਸਕਦੇ ਆ। ਕਿਸਾਨੀ ਮੂਵਮੈਂਟਾਂ ਜਿਹੜਾ ਸੰਯੁਕਤ ਮੋਰਚੇ ਦੀ ਗੱਲ ਆ, ਉਹ ਬਿਲਕੁਲ ਨਿਰੋਲ ਕਿਸਾਨਾਂ ਦੇ ਹਿੱਤ ਵਾਸਤੇ ਚੱਲ ਰਿਹਾ, ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੀ। ਤੁਸੀਂ ਮੰਨਦੇ ਹੋ ਕਿ ਜੇਕਰ ਸਿਆਸੀ ਰੰਗ ਹਾਲਾਂਕਿ ਦੇਖਣ ਨੂੰ ਮਿਲ ਜ਼ਰੂਰ ਰਿਹਾ ਇਸ ਅੰਦੋਲਨ ਦੇ ਵਿੱਚ, ਪਰ ਸਿਆਸਤਦਾਨ ਨੂੰ ਕਿਸੇ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ। ਜੇਕਰ ਸਿਆਸਤਦਾਨ ਕੋਈ ਸਟੇਜ ਤੇ ਚੜ੍ਹਦਾ ਜਾਂ ਸਿਆਸਤਦਾਨ ਇਸ ਅੰਦੋਲਨ 'ਚ ਆਉਂਦੇ ਤਾਂ ਅੱਜ ਇਹ ਅੰਦੋਲਨ ਇੱਥੇ ਤੱਕ ਨਾ ਪਹੁੰਚਦਾ? ਬਿਲਕੁਲ ਜੀ, ਅਸੀਂ ਤਾਂ ਪਹਿਲੇ ਦਿਨੋਂ ਹੀ ਆਪਾਂ ਜਦੋਂ ਪੰਜਾਬ 'ਚੋਂ ਤੁਰੇ ਸੀ, ਆਪਾਂ ਤਾਂ ਇੱਕ ਨਾਅਰਾ ਵੀ ਦਿੱਤਾ ਸੀ ਵੀ ਜਿਹੜਾ ਕਿਸਾਨਾਂ ਨਾਲ ਖੜੂਗਾ ਉਹੀ ਪਿੰਡ ਵਿੱਚ ਵੜੂਗਾ। ਤੇ ਪੋਲੀਟੀਕਲ ਪਾਰਟੀਆਂ ਨੂੰ ਆਪਾਂ ਗੈਪ ਰੱਖ ਕੇ ਚੱਲ ਰਹੇ ਹਾਂ ਤੇ ਇਹੀ ਅੱਗੇ ਵੀ ਚੱਲ ਰਹੇ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਪੋਲੀਟੀਕਲ ਪਾਰਟੀਆਂ ਜੇ ਵਿੱਚ ਵੜ ਜਾਂਦੇ ਤੇ ਸ਼ਾਇਦ ਸਾਡੀ ਜਿਹੜੀ ਅੱਜ ਦਿਸ਼ਾ ਤੇ ਮੂਵਮੈਂਟ ਜਿਹੜੀ ਚੱਲ ਰਹੀ ਹੈ ਸ਼ਾਇਦ ਇਹ ਨਾ ਹੁੰਦੀ ਜੀ। ਪਰ ਸਿਆਸੀ ਰੰਗ ਦੇਖਣ ਨੂੰ ਜ਼ਰੂਰ ਮਿਲ ਰਿਹਾ। ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੀ ਭੇਟ ਤਾਂ ਨਹੀਂ ਚੜੂਗਾ ਅੰਦੋਲਨ? ਬਿਲਕੁਲ ਨਹੀਂ ਚੜੂਗਾ ਜੀ। ਸਿਆਸਤ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਭਖਦੇ ਤੰਦੂਰ 'ਚ ਰੋਟੀਆਂ ਸੇਕਣ ਦੀਆਂ। ਬਿਲਕੁਲ ਜੀ। ਕੋਈ ਕਿਸਾਨ ਕਿਸੇ ਲੀਡਰ ਦਾ ਤੁਸੀਂ ਨਾਂ ਲੈ ਦਿਓ ਵੀ ਉਹ ਇਸ ਤਰ੍ਹਾਂ ਕਰ ਰਿਹਾ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਨਹੀਂ, ਲੀਡਰਾਂ ਦੀ ਗੱਲ ਨਹੀਂ, ਆਪਾਂ ਸਿਆਸਤਦਾਨ ਦੀ ਗੱਲ ਕਰ ਰਹੇ ਹਾਂ ਕਿ ਸਿਆਸਤਦਾਨ ਭਖਦੇ ਤੰਦੂਰ 'ਚ ਰੋਟੀਆਂ ਅਕਸਰ ਹੀ ਸੇਕਦੇ ਨੇ, ਪਰ ਇਸ ਅੰਦੋਲਨ 'ਚ ਵੀ ਸੇਕਦੇ ਹੋਏ ਨਜ਼ਰ ਆ ਰਹੇ ਨੇ। ਦੇਖੋ ਜੀ, ਸਿਆਸਤਦਾਨਾਂ ਦਾ ਤਾਂ ਕੰਮ ਹੀ ਸਿਆਸਤ ਕਰਨਾ ਆ। ਸਿਆਸਤਦਾਨ ਨੇ ਤੇ ਆਪਣੀ ਜ਼ਮੀਨ ਤਲਾਸ਼ਣੀ ਹੈ ਨਾ, ਉਹਨਾਂ ਨੂੰ ਤਲਾਸ਼ੀ ਜਾਣ ਦੋ। ਸਾਨੂੰ ਉਹਨਾਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਜੀ। ਉਹਨਾਂ ਦਾ ਆਪਣਾ ਨਜ਼ਰੀਆ ਵਾ, ਸਾਡਾ ਸੰਯੁਕਤ ਮੋਰਚੇ ਕਿਸਾਨ ਜਥੇਬੰਦੀਆਂ ਦਾ ਆਪਣਾ ਨਜ਼ਰੀਆ ਹੈ। ਕਿਵੇਂ ਮੰਨ ਲਈਏ ਆਪਾਂ ਕਿ ਅੱਜ ਜਿਹੜੇ ਕਿਸਾਨ ਨੇ ਇਹ ਜਾਗਰੂਕ ਹੋ ਗਏ? ਕਿਉਂਕਿ ਉਹੀ ਕਿਸਾਨ ਨੇ ਜਦੋਂ ਸ਼ੁਰੂਆਤ ਹੋਈ ਸੀ ਅਕਾਲੀ ਦਲ ਵੱਲੋਂ ਵੱਡੀ ਰੈਲੀ ਕੱਢੀ ਗਈ, ਉਹੀ ਕਿਸਾਨ ਉਹਨਾਂ ਰੈਲੀਆਂ ਦੇ ਵਿੱਚ ਵੀ ਸ਼ਾਮਲ ਸੀ ਜਿਹੜੇ ਅੱਜ ਕਿਸਾਨਾਂ ਉੱਥੇ ਬੈਠੇ ਨੇ। ਨਹੀਂ, ਉਹ ਆਪਾਂ 3 ਮਹੀਨੇ ਪਿੱਛੇ ਤੋਂ ਅੱਗੇ ਆ ਜਾਈਏ। ਹੁਣ ਸਾਡਾ ਭਾਈਚਾਰਾ ਦੇਖੋ ਇੱਦਾਂ ਮਜ਼ਬੂਤ ਹੋ ਚੁੱਕਾ ਆ, ਜਿੱਦਾਂ ਇੱਕ ਸਾਡੀ ਸਾਂਝ ਸਦੀਆਂ ਪੁਰਾਣੀ ਜੋ ਅਸਲੀਅਤ ਸੀ ਸਾਡਾ, ਜਿੱਦਾਂ ਦਾ ਪੰਜਾਬ ਸਾਡਾ ਹਿੰਦੁਸਤਾਨ ਸੀ, ਜੋ ਤੰਦ ਭਾਈਚਾਰਾ ਸਾਡਾ ਸੀ, ਉਹ ਅੱਜ ਉੱਥੇ ਮਹਿਸੂਸ ਹੋ ਰਿਹਾ ਹੈ। ਜੇ ਆਪਾਂ ਮੋਟੀ ਜਿਹੀ ਗੱਲ ਕਰ ਲਈ ਉਦਾਹਰਨ ਦੇ ਤੌਰ ਤੇ ਕਿ ਇਹਨਾਂ ਨੇ ਪੰਜਾਬ ਹਰਿਆਣੇ ਦੇ ਵਿੱਚ ਵੰਡ ਪਾਉਣ ਵਾਸਤੇ XYL ਦਾ ਪਾਣੀ ਦਾ ਮੁੱਦਾ ਉਠਾ ਕੇ ਵੇਖਿਆ ਤੇ ਇਹਨਾਂ ਨੂੰ ਮੂੰਹ ਦਿਖਾਣੀ ਪਈ। ਇਹਦੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਜੀ ਭਾਈਚਾਰੇ ਦੇ ਵਿੱਚ? ਪਰ ਦਲਜੀਤ ਜੀ, ਇੱਕ ਕੌੜਾ ਸਵਾਲ ਹੈ, ਕੌੜਾ ਸੱਚ ਵੀ ਇਹ ਜਿਹੜਾ ਕਹਿੰਦੇ ਆ ਕਿ ਜ਼ਮੀਰਾਂ ਜਿਹੜੀਆਂ ਵਿਕ ਜਾਂਦੀਆਂ ਨੇ, ਕਿ ਦਾਰੂ ਦੀਆਂ ਬੋਤਲਾਂ ਦੇ ਪਿੱਛੇ ਜ਼ਮੀਰਾਂ ਵਿਕ ਜਾਂਦੀਆਂ ਨੇ, ਫਿਰ ਹੁਣ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਕਿਸਾਨ ਅੱਜ ਜਿਹੜਾ ਜਾਗਰੂਕ ਹੋ ਚੁੱਕਿਆ ਕਿ 2022 ਦੇ ਵਿੱਚ ਜ਼ਮੀਰਾਂ ਨਹੀਂ ਵਿਕਣਗੀਆਂ? ਤੁਸੀਂ ਅੱਜ ਤੋਂ ਲੈ ਕੇ ਤੇ ਹੁਣ ਤੱਕ ਦੇ ਅੰਦੋਲਨ ਦੀ ਰੂਪਰੇਖਾ ਵੇਖ ਲਈ ਆਪਾਂ ਤੇ ਸਾਨੂੰ ਨਹੀਂ ਲੱਗਦਾ
ਇੰਨਾ ਪਿਆਰ, ਇੰਨਾ ਉੱਥੇ ਜਿੱਦਾਂ ਆਪਾਂ ਜਾ ਕੇ ਕਿਸੇ ਵੀ ਬਾਰਡਰ ਤੇ ਚਲੇ ਜਾਓ, ਕਿਸੇ ਪਿੰਡ 'ਚ ਚਲੇ ਜਾਓ, ਉਹੀ ਪਿੰਡ ਸੀ ਜਿਹੜੇ ਇੱਕ ਦੂਜੇ ਨਾਲ ਲੜਦੇ ਸੀ, ਪਾਰਟੀਆਂ ਬਾਜ਼ੀ ਕਰਦੇ ਸੀ, ਅੱਜ ਉਹੀ ਪਿੰਡ ਵਿਉਂਤਬੰਦੀਆਂ ਬਣਾ ਚੁੱਕੇ ਆ। ਮੰਨ ਲਓ ਕੁਛ ਪਿੰਡਾਂ ਦੇ ਵਿੱਚ ਲੋਕ ਜਥੇਬੰਦੀਆਂ ਨਾਲ ਜੁੜੇ ਸੀ, ਪਰ ਅੱਜ ਕੁਛ ਇਹੋ ਜਿਹੇ ਵੀ ਪਿੰਡ ਆ ਕਿ ਜਿਹੜੇ ਕਿਸੇ ਵੀ ਜਥੇਬੰਦੀ ਨਾਲ ਨਹੀਂ ਜੁੜੇ, ਉਹਨਾਂ ਨੇ ਆਪ ਮੁਹਾਰੇ ਇਦਾਂ ਦੀਆਂ ਵਿਉਂਤਬੰਦੀਆਂ ਕਰ ਲਈਆਂ ਕਿ ਤੂੰ 10 ਬੰਦੇ ਜਾਓ ਜੀ, ਅਸੀਂ ਤੁਹਾਡਾ ਪਾਣੀ ਲਾਵਾਂਗੇ, ਅਸੀਂ ਤੁਹਾਡੇ ਕਪਾਹ ਦੀ ਰੇਖ ਦੇਖ ਕਰਾਂਗੇ, ਤੁਸੀਂ ਉੱਥੇ ਚਲੇ ਜਾਓ। ਉਹ ਆਉਂਦੇ ਆਪੇ ਚਲੇ ਜਾਂਦੇ ਆ, ਤੇ ਇੱਥੋਂ ਸਿੱਧ ਹੁੰਦਾ ਹੈ ਕਿ ਦੇਖੋ ਲੋਕਾਂ ਦਲਜੀਤ ਜੀ ਸਵਾਲ ਇਹ ਆਉਂਦੇ ਨੇ ਕਿ ਜਿਹੜੇ ਕਿਸਾਨ ਨੇ ਉਹ ਵੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਨੇ, ਭਾਵੇਂ ਕਾਂਗਰਸ ਪਾਰਟੀ ਦੇ ਨਾਲ ਹੋਵੇ, ਭਾਵੇਂ ਆਮ ਆਦਮੀ ਪਾਰਟੀ ਦੇ, ਭਾਵੇਂ ਅਕਾਲੀ ਦਲ ਦੇ, ਉਹ ਵੀ ਪਾਰਟੀਆਂ ਦੇ ਨਾਲ ਜੁੜੇ ਹੋਏ ਸੀ। ਨਹੀਂ ਚਲੋ ਪਿੱਛੇ ਜੋ ਕੁਝ ਹੋ ਗਿਆ ਜੀ, ਪਰ ਅੱਜ ਕੋਈ ਵੀ ਕਿਸਾਨ ਆ ਜਾਂ ਕਿਸਾਨ ਆਪਣੇ ਆਗੂ ਨੇ ਜਾਂ ਕੋਈ ਆਮ ਬੰਦਾ ਆ, ਕਿਸਾਨ ਤਾਂ ਜੁੜੇ ਹੋ ਗਏ ਆ, ਪਰ ਜਿਹੜਾ ਆਮ ਕਿਸਾਨ ਉਹ ਵੀ ਇਹ ਗੱਲ ਕਹਿੰਦਾ ਕਿ ਪਹਿਲਾਂ ਮੈਂ ਕਿਸਾਨ ਆ, ਮੈਂ ਕਿਸਾਨ ਮੂਵਮੈਂਟ ਨਾਲ ਜਾਊਂਗਾ, ਫਿਰ ਮੈਂ ਪਾਰਟੀ ਵੇਖੂੰਗਾ ਜੀ। ਇੱਕ ਵੱਡੇ ਸਵਾਲ ਜਿਹੜੇ ਇਹ ਵੀ ਨੇ ਕਿ ਜਿਹੜੇ ਆਮ ਵਰਗ ਦੇ ਕਿਸਾਨ ਨੇ, ਛੋਟੇ ਕਿਸਾਨ 2 ਏਕੜ 4 ਏਕੜ ਦੇ ਜ਼ਮੀਨ ਵਾਲੇ ਸਿਰਫ ਉਹੀ ਬਾਰਡਰ ਤੇ ਬੈਠੇ ਨੇ, ਬਾਕੀ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਤਾਂ ਐਸ਼ ਕਰ ਰਹੇ ਨੇ ਉੱਥੇ, ਉਹ ਤਾਂ 5 ਸਟਾਰ ਹੋਟਲਾਂ ਦੇ ਵਿੱਚ ਰਹਿੰਦੇ ਨੇ। ਅਜਿਹੇ ਸਵਾਲ ਵੀ ਉੱਠ ਰਹੇ ਨੇ ਬੜੇ। ਜੀ ਕਹਿਣ ਦੀ ਗੱਲ ਆ, ਵੇਖੋ ਕਹਿਣ ਨੂੰ ਕੋਈ ਵੀ ਕੁਝ ਕਹਿ ਸਕਦਾ ਆ, ਪਰ ਜਿਹੜੇ ਲੀਡਰ ਨੇ ਨਾ ਜੀ, ਵੇਖੋ 40 ਆਪਾਂ ਲੀਡਰ ਨੇ, ਉਹਨਾਂ ਤੇ ਇੰਨਾ ਬਰਡਨ ਹੈ, ਉਹਨਾਂ ਦੇ ਦਿਮਾਗ ਤੇ ਇੰਨਾ ਬੋਝ ਆ ਕਿ ਅਸੀਂ ਉੱਥੇ ਗਰਾਊਂਡ ਲੈਵਲ ਤੇ ਕੰਮ ਕਰਦੇ ਦੇਖਦੇ ਹਾਂ। ਕਮੇਟੀਆਂ ਬਣੀਆਂ ਹੋਈਆਂ ਨੇ ਜੀ, ਇੱਕ ਕਮੇਟੀ ਹੈ, ਜਿੱਦਾਂ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰੀਏ, ਮੁੰਡੇ ਆਪਣੇ ਫੜੇ ਗਏ ਸੀਗੇ, ਉਹਨਾਂ ਨੂੰ ਛੁਡਾਉਣ ਵਾਸਤੇ ਜਿੱਦਾਂ ਡਾਕਟਰ ਪ੍ਰੇਮ ਸਿੰਘ ਭੰਗੂਣਾ ਦੀ ਕਮੇਟੀ ਬਣੀ ਸੀਗੀ, 5 ਮੈਂਬਰੀ ਕਮੇਟੀ ਉਹ ਦੇਖ ਰੇਖ ਕਰਦੀ ਆ। ਇੱਕ ਕਮੇਟੀ ਬਣੀ ਹੋਈ ਆ ਸਫਾਈ ਨੂੰ ਲੈ ਕੇ, ਸਾਊਂਡ ਸਿਸਟਮ ਨੂੰ ਲੈ ਕੇ, ਇੱਕ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਰੇ। ਜਿੱਦਾਂ ਹੁਣ ਕੈਸ਼ ਦੀ ਜ਼ਿੰਮੇਵਾਰੀ, ਜਿੱਦਾਂ ਉੱਥੇ ਅਮਰੀਕ ਸਿੰਘ ਕਾਦੀਆਂ ਦੇ ਬੈਠੇ ਹੋਏ ਆ, ਉੱਥੇ ਕੈਸ਼ ਜਿਹੜਾ ਰੋਜ਼ ਦਾ ਸਟੇਜ ਤੇ ਆਉਂਦਾ ਆ, ਕੋਈ ਬੰਦਾ ਜ਼ਿੰਮੇਵਾਰੀਆਂ ਉੱਥੇ ਜਾ ਕੇ ਤਾਂ ਵੇਖੇ, ਕਹਿ ਦੇਣਾ ਸੌਖਾ ਹੈ ਜੀ, ਕੋਈ ਹੋਟਲਾਂ ਨਹੀਂ ਸੌਂਦੇ, ਲੋਕਾਂ ਦੇ ਵਿੱਚ ਹੀ ਵਿਚਰਦੇ ਨੇ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ, ਬੜੀ ਵਿਉਂਤਬੰਦੀ ਨਾਲ ਚੱਲ ਰਹੇ ਨੇ। ਟਿੱਪਣੀ ਕਰ ਦੇਣੀ ਸੌਖੀ ਆ, ਅਸੀਂ ਤਾਂ ਜਿਹੜਾ ਟਿੱਪਣੀ ਕਰਦਾ ਅਸੀਂ ਉਹਨੂੰ ਮੌਕਾ ਦਿੰਨੇ, ਆਓ ਇੱਕ ਹਫ਼ਤਾ ਹੀ ਸਾਡੇ ਨਾਲ ਲਾ ਕੇ ਗੁਜ਼ਾਰ ਕੇ ਦੇਖੋ। ਪਰ ਦਲਜੀਤ ਜੀ ਜਿਵੇਂ ਤੁਸੀਂ ਗੱਲ ਕਰੀ ਆ ਕਿ ਉੱਥੇ ਸਾਰੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਪੈਸਾ ਵੀ ਉੱਥੇ ਆ ਰਿਹਾ, ਸਟੇਜ ਤੇ ਇਕੱਠਾ ਹੋ ਰਿਹਾ, ਨਜ਼ਰਾਂ ਦੇ ਵਿੱਚ, ਸਭ ਦੀ ਨਜ਼ਰਾਂ ਦੇ ਵਿੱਚ ਆ ਪੈਸਾ ਇਕੱਠਾ ਹੋ ਰਿਹਾ। ਹਾਲਾਂਕਿ ਕਿਸਾਨ ਜਿਹੜੇ ਜਥੇਬੰਦੀਆਂ ਉਹ ਕਹਿ ਰਹੇ ਕਿ ਸਾਡਾ ਪੈਸਾ ਇੱਥੇ ਲੱਗ ਰਿਹਾ, ਇੱਥੇ ਲੱਗ ਰਿਹਾ, ਪ੍ਰਤੀਕਰਮ ਦਿੰਦੇ ਨੇ। ਪਰ ਇੱਕ ਵਾਰ ਕਈ ਵਾਰੀ ਅਜਿਹੀ ਤਸਵੀਰ ਜਿਹੜੀ ਦੇਖਣ ਨੂੰ ਮਿਲ ਜਾਂਦੀ ਆ, ਇੱਕ ਵਾਰ ਤਸਵੀਰ ਦੇਖਣ ਨੂੰ ਜ਼ਰੂਰ ਮਿਲੀ ਸੀ ਕਿ ਜਦੋਂ ਕੋਈ ਇੱਕ ਵਿਅਕਤੀ ਆਉਂਦਾ, ਇੱਕ ਵਿਅਕਤੀ ਆ ਕੇ ਕਹਿੰਦਾ ਮੈਂ ਅੰਦਰ ਜਾਣਾ, ਜਿੱਥੇ ਤੁਸੀਂ ਸਟੇਜ ਬਣਾਈ ਹੋਈ ਆ ਪਿੱਛੋਂ ਅੰਦਰ ਜਾਂਦੇ ਨੇ, ਉੱਥੇ ਵਿਅਕਤੀ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਅੰਦਰ ਕਰਨਾ ਕੀ ਜਾਣਾ, ਉਹ ਕਹਿੰਦੇ ਮੈਂ ਸਟੇਜ ਤੇ ਜਾਣਾ, ਉਹ ਦੱਸਦਾ ਨਹੀਂ ਮੈਂ ਕਰਨਾ ਕੀ ਆ। ਪਰ ਜਦੋਂ ਉਹ ਬੰਦਾ ਕਹਿੰਦਾ ਵੀ ਮੈਂ ਕੈਸ਼ ਦੇਣਾ 1.5 ਲੱਖ ਰੁਪਇਆ, ਤਾਂ ਉਹਨੂੰ ਬੜੇ ਸਤਿਕਾਰ ਦੇ ਨਾਲ ਕਹਿੰਦੇ ਆ ਜਾਓ ਜੀ। ਇੱਕ ਬੀਬੀ ਆਉਂਦੀ ਆ ਕਿ ਮੈਨੂੰ ਕੰਬਲ ਦੀ ਲੋੜ ਆ, ਕਹਿੰਦੇ ਬੀਬੀ ਇੱਧਰੋਂ ਨਹੀਂ ਦੂਜੇ ਪਾਸੇ ਤੋਂ ਆਓ। ਨਹੀਂ ਵੇਖੋ ਜੀ, ਇੱਕ ਸਟੇਜ ਦੀ ਮਰਿਆਦਾ ਹੁੰਦੀ ਹੈ, ਇਦਾਂ ਦੀ ਕੋਈ ਗੱਲ ਨਹੀਂ ਗੀ। ਪੈਸਾ ਦਿੰਦਾ, ਅਸੀਂ ਉਹਦੀ ਭਾਵਨਾ ਵੀ ਵੇਖਣੀ ਕਿ ਉਹ ਬੰਦਾ ਬੜੇ ਜੀ ਤੁਹਾਨੂੰ ਯਾਦ ਹੋਣਾ, ਬੜੇ ਇਲਜ਼ਾਮ ਵੀ ਲੱਗੇ ਸੀ ਕਿ ਪੈਸਾ ਅਸੀਂ ਵੀ ਦੇ ਦਿੰਦੇ ਹਾਂ, ਜਿਨ੍ਹਾਂ ਨੂੰ ਰੋਕਿਆ ਗਿਆ ਸੀ, ਹੋਰ ਨੌਜਵਾਨਾਂ ਦੇ ਵਿੱਚ ਵੀ ਉੱਥੇ ਤਲਖੀ ਹੋਈ ਸੀ ਕਿ ਅਸੀਂ 1.5 ਲੱਖ ਰੁਪਇਆ ਦੇ ਦਿੰਦੇ ਹਾਂ, ਚਲੋ ਕੋਈ ਗੱਲ ਨਹੀਂ, ਸਾਨੂੰ ਵੀ ਸਟੇਜ ਤੇ ਚੜਾ ਦਿਓ। ਇਹੋ ਜਿਹੇ ਪਰ ਜਦੋਂ ਇਹੋ ਜਿਹੇ ਸਵਾਲ ਉੱਥੇ ਖੜੇ ਹੋਣ ਲੱਗ ਜਾਂਦੇ ਨੇ ਤਾਂ ਅੰਦੋਲਨ ਨੂੰ ਢਾਹ ਜ਼ਰੂਰ ਲੱਗਦੀ ਆ। ਨਹੀਂ ਦੇਖੋ ਜੀ, ਪੈਸਾ ਦੇਣ ਦੀ ਇੱਕ ਭਾਵਨਾ ਆ ਨਾ, ਜੇ ਮੈਂ ਇਹ ਕਹਾਂ ਕਿ ਮੈਂ ਪੈਸਾ ਦੇ ਕੇ ਸਟੇਜ ਤੇ ਚੜ੍ਹਨਾ, ਉਹ ਭਾਵਨਾ ਇੱਕ ਹੋਰ ਤਰ੍ਹਾਂ ਦੀ। ਇੱਕ ਬੰਦਾ ਡੋਨੇਟ ਕਰਨ ਆ ਰਿਹਾ, ਉਹਦੀ ਭਾਵਨਾ ਹੋਰ ਆ। ਉੱਥੇ ਹੁਣ ਅੰਦੋਲਨ ਕਿਸੇ ਦਾ ਨਹੀਂ, ਅੰਦੋਲਨ ਸਭ ਦਾ ਹੀ ਆ। ਉਹ ਭਾਵਨਾ ਨਾਲ ਚੱਲਣਾ ਚਾਹੀਦਾ, ਭਾਵਨਾ ਸਮਝਣੀ ਚਾਹੀਦੀ ਅੰਦੋਲਨ ਦੀ, ਜਥੇਬੰਦੀਆਂ ਦੀ ਸਮਝਣੀ ਚਾਹੀਦੀ ਆ। ਤਾਂ ਸਟੇਜ ਦੀ ਮਰਿਆਦਾ ਇੱਕ ਕਈ ਤਰ੍ਹਾਂ ਦੇ ਤੌਖਲੇ ਨੇ, ਜਿੱਦਾਂ ਉੱਥੇ ਆਪਾਂ ਕਈ ਵਾਰ ਦੇਖਦੇ ਹਾਂ। ਮੇਰਾ ਸਵਾਲ ਇਹ ਹੈ ਦਲਜੀਤ ਜੀ ਕਿ ਪੈਸੇ ਨੂੰ ਤਰਜੀਹ ਦਿੱਤੀ ਗਈ ਆ, ਪਰ ਜਦੋਂ ਕਿਸੇ ਲੋੜਵੰਦ ਨੂੰ ਕੋਈ ਚੀਜ਼ ਦੀ ਲੋੜ ਪਈ ਤਾਂ ਉਸ ਨੂੰ ਤਰਜੀਹ ਨਹੀਂ ਦਿੱਤੀ ਗਈ। ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਜੀ, ਹਰੇਕ ਦੀ ਲੋੜ ਪੂਰੀ ਹੁੰਦੀ ਆ। 35 ਲੱਖ ਦੀਆਂ ਤੇ ਆਪਾਂ ਤਰਪਾਲਾਂ ਵੰਡ ਚੁੱਕੇ ਆ, ਕੰਬਲ, ਖੇਸ। ਉੱਥੇ ਕੋਈ ਬੰਦਾ ਮੂੰਹ ਤੇ ਕਵੇ ਕਿ ਮੈਨੂੰ ਆਹ ਕੁਛ ਚਾਹੀਦਾ, ਉਹਦੀ ਹਰ ਤਰ੍ਹਾਂ ਦੀ ਮਦਦ ਹੁੰਦੀ ਹੈ। ਹੁਣ ਪੱਖੇ ਆ, ਸਾਰਾ ਕੁਛ ਆ ਉੱਥੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਚਲੋ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਆ, ਕਿਤੇ ਮਿਸਅੰਡਰਸਟੈਂਡਿੰਗ ਹੋ ਜਾਂਦੀ, ਉਹ ਤੋਂ ਆਪਾਂ ਇਹ ਨਹੀਂ ਕਹਿੰਦੇ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਕਿਸੇ ਨੂੰ ਹੋਰ ਤਰ੍ਹਾਂ ਨਜ਼ਰੀਏ ਨਾਲ ਵੇਖਿਆ ਜਾਵੇ, ਵੀ ਇਸ ਬੰਦੇ ਨੂੰ ਇਸ ਨਜ਼ਰੀਏ ਨਾਲ ਵੇਖੀ ਜਾਵੇ। ਇੱਕ ਸਮਾਨਤਾ ਨਾਲ ਵੇਖਿਆ ਜਾਂਦਾ ਜੀ। ਤੇ ਹੁਣ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਬੰਗਾਲ ਦੇ ਵਿੱਚ, ਹੁਣ ਕਲਕੱਤੇ ਤੱਕ ਵੀ ਜਿਹੜੇ ਪਹੁੰਚ ਗਏ ਨੇ, ਕੀ ਲੱਗਦਾ ਕਿੰਨਾ ਕੁ ਜਿਹੜਾ ਅਸਰ ਹੋਊਗਾ ਹੁਣ? ਬਿਲਕੁਲ ਅਸਰ ਹੋਊਗਾ ਜੀ। ਇੱਕ ਜਿਹੜੀ ਵੇਵ ਭਾਜਪਾ ਦੀ ਬਣੀ ਹੋਈ ਸੀਗੀ, ਉਹ ਹੁਣ ਬੰਗਾਲ ਦੇ ਲੋਕਾਂ ਦੇ ਜਾਂ ਹੋਰ ਸਟੇਟਾਂ ਦੇ ਲੋਕ ਨੰਗਾ ਹੋ ਜਾਊਗੀ ਉਹ ਗੱਲ। ਕਿੱਥੇ ਤਾਂ ਜਿਹੜਾ ਗੋਦੀ ਮੀਡੀਆ ਜਾਂ ਨੈਸ਼ਨਲ ਮੀਡੀਆ ਜਿਹੜਾ ਰੋਲ ਉਹਨੇ ਅਪਣਾਉਣਾ ਸੀਗਾ, ਕਿੱਥੇ ਉਹ ਇਸ ਅੰਦੋਲਨਕਾਰੀਆਂ ਨੂੰ ਮਾਓਵਾਦੀ, ਵੱਖਵਾਦੀ, ਪਾਕਿਸਤਾਨੀ ਜੋ ਉਹਨਾਂ ਦਾ ਉਹ ਦਰਸਾਉਂਦੇ ਸੀਗੇ। ਇੱਕ ਸੋਸ਼ਲ ਮੀਡੀਆ ਤੇ ਇੱਕ ਜਿੱਦਾਂ ਹੁਣ ਆਪਣੇ ਚੰਗੇ ਚੈਨਲ ਨੇ ਜੀ, ਤੇ ਹੁਣ ਉੱਥੇ ਇੱਕ ਗਰਾਊਂਡ ਲੈਵਲ ਤੇ ਜਾ ਕੇ ਪ੍ਰਚਾਰ ਕਰਨਾ, ਦਾ ਫਰਕ ਤਾਂ ਪਊਗਾ ਹੀ ਪਊਗਾ ਜੀ। ਉਹ ਵੇਵ ਨੂੰ ਬ੍ਰੇਕ ਲੱਗੀ ਆ ਤੇ ਸਾਨੂੰ ਅਸੀਂ ਆਸਵੰਦ ਆ ਕਿ ਬੇਜਬੀ ਨੂੰ ਮੂੰਹ ਦੀ ਖਾਣੀ ਪਊਗੀ ਉੱਥੇ। ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਹੋ ਰਹੀਆਂ ਨੇ, ਕੀ ਰੋਲ ਹੈ?
ਨਹੀਂ, ਉਹ ਰੂਟੀਨ ਦੇ ਵਿੱਚ ਹੀ ਇੱਕ ਮੂਵਮੈਂਟ ਨੂੰ ਚਲਾਉਂਦਾ ਰੱਖਣ ਵਾਸਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਮੂਵਮੈਂਟ ਆ, ਕੋਈ ਮੰਗ ਲੈਂਦੇ, ਲੋਕਾਂ ਦੀ ਆਵਾਜ਼ ਆਉਂਦੀ ਆ ਕਿ ਸਾਨੂੰ ਅਸੀਂ ਲੋਕ ਇਕੱਠੇ ਕਰਨਾ ਚਾਹੁੰਦੇ ਆ, ਇਦਾਂ ਕਰਨਾ ਚਾਹੁੰਦੇ ਆ, ਉਹ ਕਿਤੇ ਪੰਚਾਇਤਾਂ ਕਰਨੀਆਂ ਪੈਂਦੀਆਂ ਨੇ, ਲੇਕਿਨ ਜ਼ਿਆਦਾਤਰ ਫੋਕਸ ਜਿਹੜਾ ਵਾ ਆਊਟ ਆਫ ਪੰਜਾਬ ਹੀ ਚੱਲ ਰਿਹਾ ਐਟ ਪ੍ਰੈਜ਼ੈਂਟ ਦੀ, ਜੇ ਆਪਾਂ ਗੱਲ ਕਰੀਏ। ਕਿਉਂਕਿ ਇੱਕ ਪੰਜਾਬ ਦੇ ਵਿੱਚ ਤਾਂ ਪਹਿਲੇ ਲੋਕ ਤੁਸੀਂ ਕਹਿ ਰਹੇ ਹੋ ਵੀ ਜਾਗਰੂਕ ਹੋਏ ਨੇ, ਲੋੜ ਤਾਂ ਯੂਪੀ ਦੇ ਵਿੱਚ ਆ, ਲੋੜ ਤਾਂ ਹੋਰ ਦੇਸ਼ਾਂ ਦੇ ਵਿੱਚ ਆ, ਜਿਹੜੇ ਸਟੇਟਾਂ ਦੇ ਵਿੱਚ ਆ, ਪੰਜਾਬ ਦੇ ਲੋਕ ਤਾਂ ਪਹਿਲਾਂ ਜਾਗਰੂਕ ਨੇ। ਬਿਲਕੁਲ ਜੀ, ਬਿਲਕੁਲ। ਤੇ ਨਾਲ ਹੀ ਮੇਰਾ ਇਹ ਸਵਾਲ ਆ ਤੁਹਾਨੂੰ ਕਿ ਜਿਹੜੇ ਹੁਣ ਮਹਾਪੰਚਾਇਤਾਂ ਤਾਂ ਕੀਤੀਆਂ ਜਾ ਰਹੀਆਂ ਨੇ, ਚਲੋ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕਤਾ ਕੀਤਾ ਜਾ ਰਿਹਾ, ਪਰ ਜਿਹੜੇ ਹੁਣ ਪੰਜਾਬ ਦੇ ਨੌਜਵਾਨ ਨੇ ਉਹਨਾਂ ਦਾ ਕਿੰਨਾ ਕੁ ਹੁੰਗਾਰਾ ਮਿਲ ਰਿਹਾ? ਕਿਉਂਕਿ ਇਹ ਸਵਾਲ ਮੇਰਾ ਇਸ ਕਰਕੇ ਆ, ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਮਤੇ ਪਾਉਣ ਦੀ ਲੋੜ ਪੈ ਗਈ। ਆਖਰ ਮਤੇ ਪਾਉਣ ਦੀ ਲੋੜ ਪਈ ਕਿਉਂ? ਨਹੀਂ, ਨੌਜਵਾਨਾਂ ਦਾ ਬਹੁਤ ਹੰਗਾਰਾ ਆ। ਪਿਛਲੇ ਦਿਨ ਹੀ ਆਪਾਂ ਉਹ ਮਨਾ ਕੇ ਹਟੇ ਆ, ਨੌਜਵਾਨਾਂ ਨੂੰ ਜਿੱਦਾਂ ਸਟੇਜ ਦਿੱਤੀ ਆ, ਤੇ ਸਾਨੂੰ ਐਂ ਲੱਗ ਰਿਹਾ ਸੀ ਕਿ ਸਾਨੂੰ ਇੱਕ ਹਫ਼ਤਾ ਨਾ ਵਧਾਉਣਾ ਪਵੇ, ਇੰਨਾ ਉਤਸ਼ਾਹ ਸੀ ਨੌਜਵਾਨਾਂ ਦੇ ਵਿੱਚ, ਤੇ ਨੌਜਵਾਨ ਅੱਗੇ ਚੜ੍ਹ ਕੇ ਹਿੱਸਾ ਲੈ ਰਹੇ ਆ। ਕੋਈ ਵੀ ਕਾਲ ਦਿੰਦੇ ਆਪਾਂ, ਹੁਣ ਪਿੱਛੇ KMP ਰੋਡ ਬੰਦ ਕਰਨ ਦਾ ਦਿੱਤਾ ਸੀ ਸੱਦਾ, ਤੇ ਬਹੁਤ ਨੌਜਵਾਨ ਗਏ ਉੱਥੇ, ਆਪ ਮੁਹਾਰੇ ਗਏ ਆ। ਨਹੀਂ, ਪਿੰਡਾਂ 'ਚ ਮਤੇ ਪਾਉਣ ਦੀ ਲੋੜ ਕਿਉਂ ਪੈ ਰਹੀ ਆ? ਨਹੀਂ, ਪਿੰਡਾਂ ਦੀਆਂ ਆਪਣੀਆਂ ਵਿਉਂਤਬੰਦੀਆਂ ਨੇ ਜੀ, ਕਿਸੇ ਤਰੀਕੇ ਨਾਲ ਉਹਨਾਂ ਨੇ ਹੈਂਡਲ ਕਰਨਾ ਆ, ਕੋਈ ਰੂਲ ਰੈਗੂਲੇਸ਼ਨ ਉਹਨਾਂ ਨੇ ਕਰਨੇ ਹੁੰਦੇ ਆ, ਤਾਂ ਜਦ ਕਿ ਅੰਨ ਤਾਂ ਹਰ ਇੱਕ ਪਿੰਡ ਦਾ ਹੋਵੇ, ਭਾਵੇਂ ਸ਼ਹਿਰ ਦਾ ਹੋਵੇ, ਹਰ ਵਿਅਕਤੀ ਅੰਨ ਖਾਂਦਾ, ਫਿਰ ਮਤੇ ਪਾਉਣ ਦੀ ਲੋੜ ਪਈ ਕਿਉਂ ਹੈ? ਸਵਾਲ ਇਹ ਹੈ। ਸਵਾਲ ਤੁਹਾਡਾ ਵਾਜਬ ਹੈ ਜੀ। ਗੱਲ ਇਹ ਆ ਵੀ ਪਿੰਡਾਂ ਦੀ ਆਪਣੇ, ਮੈਂ ਪਹਿਲਾਂ ਵੀ ਗੱਲ ਕਰਾਂ, ਵਿਉਂਤਬੰਦੀ ਹੈ ਨਾ, ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਇੱਕ ਵਿਉਂਤ 'ਚ ਤਾਂ ਲੈ ਕੇ ਆਉਣਾ ਪਊਗਾ ਜੀ। ਲੱਗਦਾ ਨਹੀਂ ਦਲਜੀਤ ਜੀ ਕਿ ਹੁਣ ਇੱਕ ਜਦੋਂ ਮਤਾ ਤੁਸੀਂ ਪਾਉਂਦੇ ਹੋ ਕਿ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਯਾਰ ਨਹੀਂ ਤਾਂ ਮੇਰੇ ਤੇ 5000 ਰੁਪਇਆ ਜਿਹੜਾ ਕਿਸਾਨਾਂ ਦੇ ਵੱਲੋਂ ਲਗਾ ਦਿੱਤਾ ਜਾਊਗਾ, ਚਲੋ ਇੱਕ ਮੈਂਬਰ ਘਰ ਦਾ ਭੇਜ ਦਈਏ, ਕਿ ਪਹਿਲਾਂ ਜਿਵੇਂ ਖੁਸ਼ੀ-ਖੁਸ਼ੀ ਆ ਰਹੇ ਸੀ ਹੁਣ ਮਜਬੂਰੀਆਂ ਬਣ ਗਈਆਂ, ਇਹ ਨਹੀਂ ਲੱਗਦਾ? ਨਹੀਂ, ਕੋਈ ਮਜਬੂਰੀ ਵਾਲੀ ਗੱਲ ਨਹੀਂ। ਦੇਖੋ, ਜਦੋਂ ਜਾਂਦਾ ਪਿੰਡ ਵੱਲੋਂ, ਚਲੋ ਇਹ 5000 ਵਾਲੀ ਗੱਲ ਤਾਂ ਨਹੀਂ ਹੈਗੀ, ਜੋ ਕਿਸੇ ਦੀ ਸਮਰੱਥਾ ਆ ਉਸ ਮੁਤਾਬਕ ਹੀ ਪੈਸੇ ਕੋਈ ਦਿੰਦੇ ਆ। ਇਹ ਨਹੀਂ ਕਿ ਕੋਈ ਗਰੀਬ ਦਿਹਾੜੀਦਾਰ ਉਹਨੂੰ 5000 ਲਾਤਾ, ਜਾਂ ਇੱਕ 10 ਕਿੱਲਿਆਂ ਨੇ ਜ਼ਿਮੀਦਾਰ ਆ, ਉਹ ਸਮਰੱਥਾ ਦੇ ਮੁਤਾਬਕ ਹੀ ਉਹਦੇ ਕੋਲ ਜਿਹੜਾ ਜੋ ਹਿੱਸਾ ਮੰਗਿਆ ਜਾਂਦਾ, ਹਿੱਸਾ ਦਿੱਤਾ ਜਾਂਦਾ। ਇਦਾਂ ਦੀ ਕੋਈ ਨਹੀਂ ਵੀ ਪ੍ਰੈਕਟੀਕਲ 5000 ਹੀ ਲੈਣਾ ਵਾ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਸ ਤਰ੍ਹਾਂ ਦਾ ਇਹ ਸਾਰੇ ਦੋਸ਼ ਬੇਬੁਨਿਆਦ ਨੇ ਜੀ। ਪਰ ਇੱਕ ਪਾਸੇ ਦੇਖਿਆ ਗਿਆ, ਜਿਵੇਂ ਹੁਣ ਪਹਿਲਾਂ 26 ਤਰੀਕ ਨੂੰ ਇੱਕ ਘਟਨਾ ਹੁੰਦੀ ਆ, ਉਸ ਤੋਂ ਬਾਅਦ ਇੱਕ ਵਾਰ ਐਂ ਲੱਗਦਾ ਕਿ ਅੰਦੋਲਨ ਜਿਹੜਾ ਪੂਰੀ ਤਰ੍ਹਾਂ ਬੈਕਫੁੱਟ ਤੇ ਚਲੇ ਗਿਆ। ਉਸ ਤੋਂ ਬਾਅਦ ਫਿਰ ਤੋਂ ਜਿਹੜਾ ਅੰਦੋਲਨ ਉਸੇ ਤਰ੍ਹਾਂ ਵੱਧ ਰਿਹਾ, ਵੱਡੀ ਸ਼ਮੂਲੀਅਤ ਹੋ ਰਹੀ ਆ। ਪਰ ਜਿਵੇਂ ਅੰਦੋਲਨ ਦੇ ਵਿੱਚ ਜਦੋਂ 26 ਤਰੀਕ ਨੂੰ ਘਟਨਾ ਹੁੰਦੀ ਆ, ਦੋ ਨਾਮ ਬੜੇ ਉੱਭਰ ਕੇ ਆਉਂਦੇ ਨੇ, ਦੀਪ ਸਿੱਧੂ ਤੇ ਲੱਖਾ ਸਿਧਾਣਾ। ਪਹਿਲਾਂ ਉਹਨਾਂ ਨੂੰ ਸਟੇਜ ਤੋਂ ਬੋਲਣ ਦਿੱਤਾ ਜਾਂਦਾ, ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ। ਦੇਖੋ ਜੀ, 25-26 ਦੀ ਤੁਸੀਂ ਗੱਲ ਕੀਤੀ ਹੈ। 25 ਸ਼ਾਮ ਨੂੰ ਕਬਜ਼ਾ ਕੌਣ ਕਰਦਾ ਜਾ ਕੇ ਸਟੇਜ ਤੇ? ਦੀਪ ਸਿੱਧੂ, ਲੱਖਾ ਸਿਧਾਣਾ ਹੀ ਕਰਦੇ ਨਾ। ਉਹ ਨੌਜਵਾਨਾਂ ਨੂੰ ਇਦਾਂ ਭੜਕਾਉਂਦੇ ਆ, ਪਤਾ ਨਹੀਂ ਉਹਨਾਂ ਨੇ ਕਿਸ ਦੇ ਕਹੇ ਦੇ ਉੱਤੇ ਕੀਤਾ ਜਾਂ ਕਿਵੇਂ ਕੀਤਾ। ਜਥੇਬੰਦੀਆਂ ਦੇ ਤੈਅ ਰੂਟ ਦੇ ਮੁਤਾਬਕ ਤਾਂ ਉਹ ਪ੍ਰੋਗਰਾਮ ਜਿਸ ਤਰ੍ਹਾਂ ਲਿਖਿਆ ਸੀ ਉਧਰ ਨਹੀਂ ਜਾਣ ਦਿੱਤਾ ਗਿਆ। ਜਦੋਂ ਅਸੀਂ 26 ਨੂੰ ਜਿੱਥੇ ਜਾਂਦੇ ਆ, ਸਾਨੂੰ ਜ਼ਬਰਦਸਤੀ ਜਿਹੜੀ ਪੁਲਿਸ ਵੀ, ਪ੍ਰਸ਼ਾਸਨ ਵੀ, ਤਾਂ ਕੁਝ ਨੌਜਵਾਨ ਵੀ ਸਾਨੂੰ ਇਸ ਗੱਲ ਨੂੰ ਜ਼ੋਰ ਲਾ ਕੇ ਕਹਿੰਦੇ ਆ ਕਿ ਆਪਾਂ ਉਧਰ ਨੂੰ ਲਾਲ ਕਿਲੇ ਵੱਲ ਨੂੰ ਹੀ ਜਾਣਾ, ਜਦੋਂ ਕਿ ਅਸੀਂ ਹੱਥ ਵੀ ਜੋੜਦੇ ਹਾਂ ਕਿ ਆਪਾਂ ਜੋ ਸੰਯੁਕਤ ਮੋਰਚੇ ਨੇ ਤੈਅ ਕੀਤਾ। ਕਹਿਣ ਦਾ ਮਤਲਬ ਆ ਕਿ ਲੀਡਰਾਂ ਦੀ ਸੁਣੀ ਨਹੀਂ ਜਾਂਦੀ, ਫਿਰ ਤਾਂ ਅਸਲ ਲੀਡਰ ਤਾਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਹੋਏ, ਜਿਹੜੇ ਉਹਨਾਂ ਦੇ ਪਿੱਛੇ ਨੌਜਵਾਨ ਲੱਗੇ। ਨਹੀਂ, ਨੌਜਵਾਨਾਂ ਨੂੰ ਭੜਕਾ ਦਿੱਤਾ ਗਿਆ। ਦੇਖੋ ਜੀ, ਜਵਾਨੀ ਜਾਂ ਜਿਹੜਾ ਨੌਜਵਾਨ ਹੁੰਦਾ, ਯੂਥ, 2 ਮਹੀਨੇ ਹੋ ਗਏ ਸੀ ਬਾਰਡਰ ਤੇ ਬੈਠੇ ਨੌਜਵਾਨਾਂ ਨੂੰ, ਫਿਰ ਨੌਜਵਾਨ ਨੂੰ ਉਦੋਂ ਕਿਉਂ ਨਹੀਂ ਕੋਈ ਭੜਕਾ ਸਕਿਆ? ਜਾਂ ਨੌਜਵਾਨ ਫਿਰ ਹਜੇ ਜਾਗਰੂਕ ਨਹੀਂ ਕੀਤੇ ਗਏ, ਲੀਡਰਾਂ ਦੇ ਵੱਲੋਂ ਉਹਨਾਂ ਨੂੰ ਸਮਝਾਇਆ ਨਹੀਂ ਗਿਆ ਚੰਗੀ ਤਰ੍ਹਾਂ? ਇਹ ਹੋ ਸਕਦਾ? ਨਹੀਂ, ਦੇਖ, ਕੋਸ਼ਿਸ਼ ਸੀਗੀ। ਇੱਕ ਦਿਨ ਦੇ ਵਿੱਚ ਸਮਝਾਉਣ ਦੇ, ਇੱਕ ਦਿਨ ਦੇ ਵਿੱਚ ਬਹੁਤ ਫਰਕ ਆ, ਕਿਉਂਕਿ 2 ਮਹੀਨੇ ਤੋਂ ਲੀਡਰ ਸਟੇਜ ਤੇ ਲਗਾਤਾਰ ਬੋਲਦੇ ਨੇ, 2 ਮਹੀਨੇ ਤੋਂ ਲੀਡਰ ਬੋਲਦੇ ਆ ਰਹੇ। ਸਿਰਫ ਇੱਕ ਦਿਨ ਦੇ ਲਈ ਲੱਖਾ ਸਿਧਾਣਾ, ਦੀਪ ਸਿੱਧੂ ਬੋਲੇ, ਨੌਜਵਾਨਾਂ ਦੇ ਪਿੱਛੇ ਲੱਗ ਕੇ ਫਿਰ ਤਾਂ ਲੀਡਰ ਉਹੀ ਹੋਏ। ਸਭ ਕੁਛ ਨੌਜਵਾਨ ਸੀ, ਸਾਰੇ ਤਾਂ ਨਹੀਂ ਸੀ ਨਾ, ਕੁਛ ਨੌਜਵਾਨ ਸੀਗੇ। ਜਦੋਂ ਕੁਛ ਤਾਂ ਇਹੋ ਜਿਹੇ ਸੀ ਜਿਹੜੇ ਆਪਣੀ ਤੈਅ ਰੂਟ ਤੇ ਜਾ ਰਹੇ ਸੀ, ਉਹਨੂੰ ਰੂਟ ਹੀ ਨਹੀਂ ਸੀ ਪਤਾ। ਜਦੋਂ ਇੱਕ ਉਹ ਚਲੇ ਗਏ, ਉਹਨਾਂ ਵਾਸਤੇ ਤਾਂ ਉਹ ਰਸਤੇ ਅਣਜਾਣ ਸੀ ਨਾ। ਜਦੋਂ ਅੱਗੇ ਚਲੇ ਗਏ, ਕੁਛ ਭੁੱਲ ਭੁਲੇਖੇ ਚਲੇ ਗਏ ਜੀ। ਸੋ ਇਸ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਨੌਜਵਾਨ ਸਾਰੇ ਉਹਨਾਂ ਨਾਲ ਚਲੇ ਗਏ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਹੁਣ ਜੇਕਰ ਲੱਖਾ ਸਿਧਾਣਾ ਜਾਂ ਫਿਰ ਦੀਪ ਸਿੱਧੂ ਦੁਆਰੇ ਅੰਦੋਲਨ ਦੇ ਵਿੱਚ ਆਉਣ, ਜਥੇਬੰਦੀਆਂ ਦੇ ਵੱਲੋਂ ਕੋਈ ਅਜਿਹੇ ਵਿਚਾਰ ਨੇ, ਜਥੇਬੰਦੀਆਂ ਦੇ ਵੱਲੋਂ ਅਜਿਹੀ ਮੀਟਿੰਗ ਕਰਕੇ ਕੋਈ ਲਿਖਿਆ ਗਿਆ ਕਿ ਦੁਆਰੇ ਅੰਦੋਲਨ ਦੇ ਵਿੱਚ ਆ ਸਕਦੇ ਨੇ, ਉਹ ਵੇਖੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਜੀ। ਸੰਯੁਕਤ ਮੋਰਚੇ ਦੇ ਆਪਣੇ ਕੋਈ ਰੂਲ ਨੇ, ਰੈਗੂਲੇਸ਼ਨ ਨੇ, ਸੰਯੁਕਤ ਮੋਰਚਾ ਉਹ ਤੈਅ ਕਰਦਾ ਗੱਲ। ਇਹ ਸੰਯੁਕਤ ਮੋਰਚੇ ਵਿਚਾਰਿਆ ਜਾਊਗਾ ਜੇ ਕੋਈ ਇਦਾਂ ਦੀ ਗੱਲ ਆਉਂਦੀ ਹੈ ਜੀ। ਕੋਈ ਵੀ ਲੀਡਰ, ਕੋਈ ਵੀ ਬੰਦਾ ਤਾਂ ਇੰਡੀਵਿਜੂਅਲੀ ਤਾਂ ਫੈਸਲਾ ਲੈ ਨਹੀਂ ਸਕਦਾ। ਤੇ ਇੱਕ ਵਿਚਾਰਧਾਵਾਂ ਦੇ ਬਖਰੇਵੇਂ ਕਿਉਂ ਨੇ? ਵਿਚਾਰਧਾਵਾਂ ਦੇ ਸੰਯੁਕਤ ਮੋਰਚੇ ਦੀ ਗੱਲ ਕਰ ਰਹੇ ਹਾਂ ਆਪਾਂ, ਕਿਉਂਕਿ 9 ਮੈਂਬਰੀ ਕਮੇਟੀ ਬਣਦੀ ਆ, ਉਸ ਦੇ ਵਿੱਚ ਵੀ ਕੋਈ ਲੀਡਰ, ਮੈਂ ਨਾਮ ਨਹੀਂ ਲਊਂਗਾ ਇੱਥੇ, ਕੋਈ ਜਥੇਬੰਦੀ ਦਾ ਲੀਡਰ ਕਹਿੰਦਾ ਵੀ ਹਾਂ ਬਿਲਕੁਲ ਸਹੀ ਆ, ਕੋਈ ਕਹਿੰਦਾ ਕਿ ਨਹੀਂ, ਇਹ ਤੇ ਸਹਿਮਤੀ ਨਹੀਂ ਪ੍ਰਗਟੀ ਸਾਡੀ। ਹਾਲਾਂਕਿ ਤੁਹਾਨੂੰ ਉਹ ਵੀ ਪਤਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੁਹਾਡੇ ਤੋਂ ਅਲੱਗ ਹੋ ਕੇ ਚੱਲ ਰਿਹਾ। ਆਪਸੀ ਵਿਚਾਰਧਾਰਾਵਾਂ ਦੇ ਬਖਰੇਵੇਂ ਨੇ, ਜਦਕਿ ਮੁੱਦਾ ਇੱਕ ਆ। ਵਿਚਾਰਧਾਰਾ ਤੇ ਪਰਿਵਾਰ 'ਚ ਵੀ ਹੁੰਦੀਆਂ ਨੇ, ਸਮਾਜ 'ਚ ਵੀ ਹੁੰਦੀਆਂ ਨੇ, ਹਰ ਥਾਂ ਹੀ ਹੁੰਦੀਆਂ ਨੇ।
ਪਰ ਵਿਚਾਰ ਤਾਂ ਬੇਸ਼ੱਕ ਵੱਖੀਆਂ ਹੋਣ, ਪਰ ਸਾਡਾ ਨਿਸ਼ਾਨਾ ਇੱਕੋ ਹੀ ਆ। ਇਦਾਂ ਦੀ ਕੋਈ ਗੱਲ ਨਹੀਂ, ਵਿਚਾਰ ਵੱਖ ਹੋ ਸਕਦੇ ਆ, ਪਰ ਸਾਡਾ ਨਿਸ਼ਾਨਾ ਇੱਕੋ ਹੀ ਹੈ ਜੀ। ਕੀ ਲੱਗਦਾ ਹੁਣ ਕਿਸ ਤਰ੍ਹਾਂ ਅੰਦੋਲਨ ਤੁਹਾਡਾ ਅੱਗੇ ਵੱਲ ਜਾਊਗਾ? ਕਿਉਂਕਿ ਡੈਡਲੌਕ ਬਣਿਆ ਹੋਇਆ, ਡੈਡਲੌਕ ਟੁੱਟੇਗਾ ਕਿਵੇਂ? ਤੁਸੀਂ ਵੀ ਸ਼ਾਂਤਮਈ ਢੰਗ ਦੇ ਨਾਲ ਬੈਠੇ ਹੋ, ਹਾਲਾਂਕਿ ਚਲੋ ਲੰਬੇ ਸਮੇਂ ਬਾਅਦ ਤੁਸੀਂ KMP ਦਾ ਪ੍ਰੋਗਰਾਮ ਉਲੀਕਿਆ, ਪਰ ਉਧਰ ਸਰਕਾਰ ਵੀ ਚੁੱਪ-ਚੁਪੀਤੇ ਬੈਠੀ ਆ। ਨਹੀਂ, ਅਸੀਂ ਤਾਂ ਆਪਣਾ ਕੰਮ ਕਰੀ ਜਾ ਰਹੇ ਹਾਂ। ਜਿੱਥੇ ਬੰਦਿਆਂ ਨੇ ਅੱਗੇ ਐਲਾਨ ਕੀਤੇ ਹੋਏ ਆ 15 ਨੂੰ, ਆਪਾਂ ਦੇਖੋ SD ਪਰ ਅਸਰ ਨਹੀਂ ਨਾ ਹੋ ਰਿਹਾ। ਅਸਰ ਸਾਨੂੰ ਪਤਾ ਜੀ ਅਸਰ ਹੋ ਰਿਹਾ। ਦੇਖੋ ਜੇ ਅਸਰ ਕਿਉਂ ਨਹੀਂ ਹੋ ਰਿਹਾ ਜੀ, ਅੰਦੋਲਨ ਜਿਹੜਾ ਹਿੰਦੁਸਤਾਨ ਦੀਆਂ ਹੱਦਾਂ ਪਾਰ ਕਰਦਾ ਹੋਇਆ ਬਾਹਰਲੇ ਮੁਲਕਾਂ ਜਾ ਚੁੱਕਾ ਆ। UK ਦੀ ਪਾਰਲੀਮੈਂਟ ਦੇ ਬਹਿਸ ਹੋਈ ਆ, ਆਸਟ੍ਰੇਲੀਆ ਦੇ ਵਿੱਚ ਇਹ ਨੋਟਿਸ ਗੱਲ ਹੋ ਰਹੀ ਆ, ਹਾਂਜੀ, ਹੋਰ ਵੀ ਬੜੇ ਮੁਲਕਾਂ ਦੇ ਵਿੱਚ ਇਹ ਚੀਜ਼ ਦੇ। ਕੇਂਦਰ ਸਰਕਾਰ ਦੇ ਵੱਲੋਂ ਨਾ ਕੋਈ ਤੁਹਾਨੂੰ ਨਾ ਕੋਈ ਚਿੱਠੀ ਆ ਰਹੀ ਆ, ਕੋਈ ਸੰਦੇਸ਼ ਆ ਰਿਹਾ, ਗੱਲਬਾਤ ਕਰਨ ਦੇ ਲਈ ਵੀ ਕੋਈ ਸੱਦਾ ਨਹੀਂ ਆਇਆ? ਕੇਂਦਰ ਸਰਕਾਰ ਡਰੀ ਹੋਈ ਆ, ਅਵੇਸਲੀ ਹੋਈ ਪਈ ਆ। ਉਹਨੂੰ ਲੱਗਦਾ ਕਿ ਜੇ ਅਸੀਂ ਅੱਜ ਗੱਲ ਕਰਾਂਗੇ ਤੇ ਸ਼ਾਇਦ ਅਸੀਂ ਜਿਹੜੀਆਂ ਇਲੈਕਸ਼ਨ ਸਟੇਟਾਂ ਜਿੱਥੇ ਹੋ ਰਹੀ ਆ ਉੱਥੇ ਉਹ ਬੈਕਫੁੱਟ ਤੇ ਆਉਣਗੀਆਂ। ਆਉਣਾ ਤਾਂ ਉਹਨੂੰ ਫੇਰ ਵੀ ਪੈਣਾ ਹੀ ਆ, ਪਰ ਉਹਨਾਂ ਦੇ ਇੱਕ ਸਹਿਮ ਜਿਹੜਾ ਡਰ ਆ ਉਹ ਤਾਂ ਨਹੀਂ ਆ ਰਹੇ। ਤੇ ਅਸੀਂ ਨਹੀਂ ਕਹਿੰਦੇ ਕਿ ਆਉਣ, ਗੇਂਦ ਉਹਨਾਂ ਦੇ ਪਾਲੇ ਦੇ ਵਿੱਚ ਆ, ਨਾ ਆਉਣ। ਜਿੰਨਾ ਉਹ ਲੇਟ ਕਰਦੇ ਉਹਨੇ ਅਸੀਂ ਤਗੜੇ ਹੋ ਰਹੇ ਆ, ਸਾਡੀ ਮੂਵਮੈਂਟ ਫੈਲ ਰਹੀ ਹੈ, ਸਾਡੇ ਪਸਾਰ ਵਾਧਾ ਹੋ ਰਿਹਾ, ਹੋਰ ਸਟੇਟਾਂ 'ਚ ਸਾਨੂੰ ਹੋਰ ਹੰਗਾਰਾ ਮਿਲ ਰਿਹਾ। ਈਵਨ ਗੁਜਰਾਤ ਦੇ ਵਿੱਚੋਂ ਵੇਖੋ ਜਥੇ ਆ ਰਹੇ ਆ। ਇਹ ਜਿਹੜੇ ਮੋਦੀ ਸਾਹਿਬ ਗੁਜਰਾਤ ਮਾਡਲ ਦੀ ਗੱਲ ਕਰਦੇ ਸੀ, ਗੁਜਰਾਤ ਦੇ ਵਿੱਚੋਂ ਜਥੇ ਆ ਕੇ ਖੁਦ ਸਾਨੂੰ ਕਹਿ ਰਹੇ ਆ ਕਿ ਇਹ ਮਾਡਲ ਫੇਲ ਆ। ਤੇ ਫਿਰ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਇੱਕ ਦਲਜੀਤ ਜੀ, ਜਿਹੜੇ ਅਖਾੜੇ ਲਗਾਏ ਜਾਂਦੇ ਨੇ, ਤੁਸੀਂ ਵੀ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਸਟੇਜ ਦੇ ਉੱਤੇ ਕਲਾਕਾਰਾਂ ਦੇ ਵੱਲੋਂ ਅਖਾੜੇ ਲਗਾਏ ਗਏ ਨੇ, ਕਿੰਨਾ ਕੁ ਤੁਸੀਂ ਜਾਇਜ਼ ਮੰਨਦੇ ਹੋ ਉਹਨੂੰ? ਉਦਾਂ ਅਖਾੜੇ ਕਿੱਥੇ ਲਾਏ ਗਏ ਜੀ? ਆਪਣੇ ਸਟੇਜ ਤੇ ਸਿੰਘੂ ਬਾਰਡਰ ਦੀ ਸਟੇਜ ਤੇ ਵੀ ਲੱਗਿਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਵੀ ਲੱਗੇ, ਕਲਾਕਾਰਾਂ ਦੇ ਵੱਲੋਂ। ਉਹ ਇੱਕ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੇ ਮਨੋਰੰਜਨ ਲਈ ਸੀ ਜਾਂ ਫਿਰ ਇਕੱਠ ਕਰਨ ਦੇ ਲਈ? ਨਹੀਂ, ਮਨੋਰੰਜਨ ਦੇ ਲਈ ਨਹੀਂ ਜੀ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ। ਦੇਖੋ ਇਹ ਸਾਡਾ ਲੋਕ ਮੰਚ, ਸਾਡਾ ਸੱਭਿਆਚਾਰ। ਇਹ ਸਵਾਲ ਉੱਠਦੇ ਨਾ ਕਿ ਸ਼ਾਇਦ ਹੋ ਸਕਦਾ ਵੀ ਇਕੱਠ ਕਰਨ ਦੇ ਲਈ ਆ ਇੱਥੇ, ਕਿਉਂਕਿ ਇੱਥੇ ਦੇਖਦੇ ਨੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਵੀ, ਚਲੋ ਕਲਾਕਾਰਾਂ ਨੂੰ ਇੱਥੇ ਦੇਖਣ ਦਾ ਮੌਕਾ ਨਹੀਂ ਮਿਲਦਾ, ਚਲੋ ਬਾਰਡਰ ਤੇ ਚੱਲਦੇ ਆ, ਉੱਥੇ ਜਾ ਕੇ ਦੇਖ ਲੈਂਦੇ ਆ। ਇਕੱਠ ਤਾਂ ਆਪ ਮਹਾਰੇ ਹੋ ਰਹੇ ਆ ਜੀ, ਇਕੱਠ ਵਾਲੀ ਤਾਂ ਕੋਈ ਗੱਲ ਹੀ ਨਹੀਂ। ਉਹ ਤਾਂ ਸਾਡੇ ਸੱਭਿਆਚਾਰ ਵਿਰਸਾ ਆ, ਗਾਥਾਵਾਂ ਨੇ, ਲੋਕ ਕਲਾਵਾਂ ਨੇ, ਉਹ ਸਾਡਾ ਹਿੱਸਾ ਨੇ, ਚੱਲਦੀਆਂ ਨੇ। ਕਲਾਕਾਰਾਂ ਤੋਂ ਇਲਾਵਾ ਸਾਡੀ ਕਿੰਨੀਆਂ ਸੰਪਰਦਾਵਾਂ ਉੱਥੇ ਬੈਠੀਆਂ ਨੇ। ਟਕਸਾਲੀ ਦਮ ਆਪਣੇ ਬੈਠੇ ਨੇ, ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਨੇ, ਕਾਰ ਸੇਵਾ ਬਾਬੇ ਬੈਠੇ ਨੇ। ਹਰ ਤਰ੍ਹਾਂ ਦਾ ਜੋ ਚੀਜ਼ ਦਾ ਜੀ ਕਰਦਾ ਯੋਗਦਾਨ ਪਾਉਣ ਨੂੰ, ਉਹ ਯੋਗਦਾਨ ਪਾਉਣ ਜਾਂਦੇ ਨੇ ਕਲਾਕਾਰ ਵੀ। ਉਹ ਸਾਰੇ ਉਹ ਦਰਦ ਮਹਿਸੂਸ ਕਰਦੇ ਨੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਤਾਂ ਉਹ ਜਾਂਦੇ ਨੇ ਜੀ। ਉਹ ਆਪਣੇ ਵਿਚਾਰ ਰੱਖਦੇ ਆ। ਜੇ ਕੋਈ ਜਾਂਦਾ ਤਾਂ ਵੇਖੋ ਇੱਕ ਅੱਧਾ ਗਾਣਾ ਜਾਂ ਹੋਰ ਲਾਉਂਦਾ, ਇਹ ਤੋਂ ਵੱਧ ਲਾਉਂਦਾ ਨਹੀਂ, ਬਾਕੀ ਆਪਣੇ ਵਿਚਾਰ ਹੀ ਰੱਖਦੇ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਸਟੇਜ ਦੇ ਪੈਸੇ ਨੂੰ ਲੈ ਕੇ ਵੀ ਬੜੇ ਜਿਹੜੇ ਸਵਾਲ ਉੱਠ ਰਹੇ ਸੀ ਕਿ ਆਖਰ ਸਟੇਜ ਦਾ ਪੈਸਾ ਜਾ ਕਿੱਥੇ ਰਿਹਾ? ਨਹੀਂ, ਜੇ ਕਿਸੇ ਨੂੰ ਸ਼ੱਕ ਆ, ਕਮੇਟੀਆਂ ਬਣੀਆਂ ਹੋਈਆਂ, ਹਿਸਾਬ ਦੇਣ ਨੂੰ ਤਿਆਰ ਆ, ਕੋਈ ਗੱਲ ਨਹੀਂ। ਸਵਾਲ ਉਠਾਉਣ ਵਾਲੇ ਨੇ ਠਾ ਦੇਣੇ। ਅਸੀਂ ਤਾਂ ਕਹਿੰਦੇ ਇੱਕ ਦਿਨ ਜ਼ਿੰਮੇਵਾਰੀ ਸਾਂਭਣ ਆ ਕੇ ਫੇਸ ਕਰਨਾ। ਪੈਸਾ ਕੋਈ ਇਦਾਂ ਦੀ ਲੋਕਾਂ ਦੀ ਮਾਨਤਾ, ਲੋਕਾਂ ਵਾਸਤੇ ਹੀ ਚੱਲ ਰਿਹਾ ਜੀ, ਪੈਸੇ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਸਵਾਲ ਉਠਾਉਣਾ ਔਖਾ ਆ, ਫੀਲਡ 'ਚ ਆ ਕੇ ਗਰਾਊਂਡ ਲੈਵਲ ਤੇ ਕੰਮ ਕਰਨਾ। ਜੀ ਸਵਾਲ ਇਹ ਇਸ ਕਰਕੇ ਉੱਠਦੇ ਨੇ ਕਿਉਂਕਿ ਸਟੇਜ ਆ, ਸੰਯੁਕਤ ਮੋਰਚੇ ਦੀ ਸਟੇਜ ਆ, ਸਮਝ ਆਉਂਦੀ ਆ, ਸਭ ਨੂੰ ਦਿਖਦੀ ਆ। ਜੇ ਆਪਾਂ ਕਹਿ ਦਈਏ ਵੀ ਸੰਯੁਕਤ ਮੋਰਚੇ ਵੱਲੋਂ ਲੰਗਰ ਲਗਾਇਆ ਗਿਆ, ਉਹ ਵੀ ਦਿਖੇਗਾ। ਜੇ ਆਪਾਂ ਕਹਿ ਦਈਏ ਕਿ ਸੰਯੁਕਤ ਮੋਰਚੇ ਵੱਲੋਂ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ, ਉਹ ਵੀ ਦਿਖੇਗਾ। ਪਰ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲਦਾ ਉੱਥੇ। ਇਹ ਦੇਖੋ ਗੱਲ ਸੰਯੁਕਤ ਮੋਰਚੇ ਦੀ, ਸੰਯੁਕਤ ਮੋਰਚਾ ਇੱਕ ਅਗਵਾਈ ਕਰ ਰਿਹਾ, ਬਾਕੀ ਤਾਂ ਲੋਕਾਂ ਦੀ ਭਾਵਨਾ ਨੇ, ਲੋਕ ਸਮਝ ਰਹੇ ਆ, ਲੋਕ ਦਿਲੋਂ ਜੁੜੇ ਹੋਏ ਆ। ਇਸ ਜਿਹੜਾ ਅੰਦੋਲਨ ਹੈ ਨਾ ਜੀ, ਇਹ ਜਨ ਅੰਦੋਲਨ ਬਣ ਚੁੱਕਾ ਹੈ ਨਾ। ਇਹ ਕੋਈ ਲੀਡਰਾਂ ਦਾ ਅੰਦੋਲਨ ਨਹੀਂ, ਸੰਯੁਕਤ ਮੋਰਚੇ ਦਾ ਜਿਹੜਾ ਅੰਦੋਲਨ ਹੀ ਹੈਗਾ। ਉੱਥੇ ਯੋਗਦਾਨ ਹੈ ਨਾ ਜੀ, ਯੋਗਦਾਨ ਕੋਈ ਕਿਸੇ ਰੂਪ ਚ ਪਾ ਰਿਹਾ, ਉਹ ਕਿਸੇ ਰੂਪ ਚ ਪਾ ਰਿਹਾ। ਹੁਣ ਜੇ ਆਪਾਂ ਸਾਰਾ ਕੁਝ ਕਹੇ ਵੀ ਸੰਯੁਕਤ ਮੋਰਚਾ ਕਰ ਸਕਦਾ, ਸੰਭਵ ਨਹੀਂ ਹੈਗਾ। ਇਹ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ, ਲੋਕਾਂ ਦੇ ਸਹਿਯੋਗ ਨਾਲ ਜੋ ਦੇਣ ਉਦਾਂ ਦੀ ਭਾਵਨਾ ਨਾਲ ਚੱਲ ਰਿਹਾ ਜੀ। ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਛੁਡਵਾਉਣ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਹੋ ਰਹੇ ਨੇ? ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਤਾਂ ਸਭ ਨੂੰ ਦਿਖ ਰਹੇ ਨੇ, ਕਿਸਾਨ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ? ਨਹੀਂ ਦੇਖੋ ਜੀ, ਅਸੀਂ ਡਾਕਟਰ ਪ੍ਰੇਮ ਸਿੰਘ ਭੰਗੂ ਹੁਣਾਂ ਦੀ ਅਗਵਾਈ ਇੱਕ ਟੀਮ ਬਣਾਈ ਹੋਈ ਆ ਜੀ। ਦਿੱਲੀ ਪ੍ਰਬੰਧਕ ਕਮੇਟੀ ਵੀ ਸਾਡੇ ਨਾਲ ਜਿਹੜੀ ਆ ਉਹ ਸਾਂਝੀਆਂ ਗੱਲਾਂ ਕਰਕੇ ਇੱਕ ਪਲੇਟਫਾਰਮ ਤਿਆਰ ਕਰਕੇ ਸਾਂਝਾ ਉਹਨਾਂ ਨੂੰ ਛਡਾ ਰਹੇ ਆ। ਅਸੀਂ ਤਾਂ ਵਾਰ-ਵਾਰ ਅਪੀਲ ਕਰਦੇ ਵੀ ਕਿਸੇ ਨੂੰ ਵੀ ਨੋਟਿਸ ਆਉਂਦਾ ਆ, ਉਸ ਨੋਟਿਸ ਦਾ ਪੁਲਿਸ ਤੋਂ ਦਿੱਲੀ ਨੂੰ ਨਹੀਂ ਜਵਾਬ ਦੇਣਾ, ਸਾਡੇ ਨਾਲ ਸੰਪਰਕ ਕਰਨ, ਸਾਡੇ ਨਾਲ ਵਕਾਲਤਨਾਮੇ ਤੇ ਆਣ ਕੇ ਸਾਈਨ ਕਰ ਜਾਣ। ਉਹ ਜ਼ਿੰਮੇਵਾਰੀ ਸੰਯੁਕਤ ਮੋਰਚੇ ਦੀ ਆ। ਕਿਸੇ ਵੀ ਤਰ੍ਹਾਂ ਕਿਸੇ ਬੱਚੇ ਨੂੰ ਕੁਝ ਹਰਾਸਮੈਂਟ ਹੁੰਦੀ ਆ ਜਾਂ ਉਹ ਸਾਡੇ ਨਾਲ ਸੰਪਰਕ ਕਰਨ, ਇਦਾਂ ਦੀ ਕੋਈ ਗੱਲ ਨਹੀਂ। ਹੁਣ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਬਹੁਤ ਵੱਡਾ ਜੀ, ਬਹੁਤ ਵੱਡਾ। ਆਪ ਮਹਾਰੇ ਲੋਕਾਂ ਦੇ ਫੋਨ ਆ ਰਹੇ ਆ, ਕੋਈ ਕਹਿ ਰਿਹਾ ਸਾਨੂੰ ਦੱਸੋ ਕੀ ਕਰੀਏ। ਹੁਣ ਪੱਖਿਆਂ ਦੀ ਸੇਵਾ ਆ, ਅਸੀਂ 150 ਪੱਖਾ ਪਿੱਛੇ ਕੋਈ ਸੱਜਣ ਵੰਡ ਕੇ ਗਏ ਸੀ, ਅੱਜ ਉਹਨਾਂ ਦਾ ਫੇਰ ਫੋਨ ਆਇਆ। ਮਤਲਬ ਆਪ ਮਹਾਰੇ ਲੋਕ ਕਹਿੰਦੇ ਸਾਨੂੰ ਦੱਸੋ ਕੀ ਸੇਵਾ ਕਰਨੀ ਆ, ਕਿਸ ਤਰ੍ਹਾਂ ਦੀ, ਕੋਈ ਇਦਾਂ ਦੀ ਗੱਲ ਹੀ ਹੈ ਨਹੀਂ। ਇੱਕ SGPC ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ, ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਗਰਮੀ ਆ ਰਹੀਆਂ ਨੇ, ਅਸੀਂ ਬਾਰਡਰ ਤੇ ਪੱਖੇ ਵੀ ਦੇਵਾਂਗੇ, ਅਸੀਂ ਲੰਗਰਾਂ ਦੀ ਸੇਵਾ ਵੀ ਨਿਭਾਵਾਂਗੇ,
ਪਰ ਉਸ ਬਿਆਨ ਤੇ ਵੀ ਬੜੇ ਸਵਾਲ ਉੱਠੇ। ਹਰਜੀਤ ਗਰੇਵਾਲ ਭਾਜਪਾ ਦੇ ਆਗੂ, ਉਹਨਾਂ ਨੇ ਵੀ ਇਤਰਾਜ਼ ਜਤਾਇਆ ਸੀ, ਚਿੱਠੀ ਲਿਖੀ ਸੀ ਉਹਨਾਂ ਨੂੰ। ਦੇਖੋ ਜੀ, ਗਰੇਵਾਲ ਇਹ ਜਿਹੜਾ ਆਪਣੇ ਸਿੱਖੀ ਜਿਹੜੀਆਂ ਹੁੰਦੀਆਂ ਨੇ, ਇਹ ਆਪਣੇ ਕੰਮ ਤੱਕ ਮਤਲਬ ਰੱਖਣ, ਇਹ ਅੰਦੋਲਨ ਦੇ ਵਿੱਚ ਨਾ ਜਾਣਾ, ਅਜਿਹੇ ਸਵਾਲ ਵੀ ਖੜੇ ਹੋਏ ਸੀ। ਮੈਂ ਸਮਝਦਾ ਗਰੇਵਾਲ ਸਾਹਿਬ ਦੀ ਗੱਲ ਨੂੰ ਤਾਂ ਹੁਣ ਅਸੀਂ ਤਵੱਜੋ ਦੇਣਾ ਹੀ ਛੱਡ ਦੇਣੀ ਚਾਹੀਦੀ ਆ। ਜਿੱਦਾਂ ਦੇ ਉਹਨਾਂ ਦੇ ਬਿਆਨ ਆ, ਉਹਨਾਂ ਦਾ ਕੋਈ ਬਿਆਨ ਦੀ ਅਹਿਮੀਅਤ ਰਹਿੰਦੀ ਹੀ ਨਹੀਂ ਹੈਗੀ। ਜਿੱਥੇ ਤੱਕ ਸ਼੍ਰੋਮਣੀ ਕਮੇਟੀ ਆ, ਉਹ ਤੇ ਸਾਡੀ ਸੰਸਥਾ ਬਾਬੇ ਨਾਨਕ ਨੇ ਇਦਾਂ ਦੀ ਬਣਾਈ ਹੋਈ ਆ ਕਿ ਅਸੀਂ ਹਰ ਲੋੜਵੰਦ ਦੀ ਮਦਦ ਕਰਦੇ ਆ। ਕਿੱਥੇ ਕਿਤੇ ਹੜ੍ਹ ਆਉਂਦੇ ਆ, ਕਿਤੇ ਫਲੱਡ ਆਉਂਦਾ ਆ, ਕਿਤੇ ਮਾਰ ਪੈਂਦੀ ਕੁਦਰਤੀ, ਕਿਤੇ ਵੀ ਆਫਤ ਪਾਉਂਦੀ ਆ, ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਆ, ਤੇ ਸਾਰੇ ਥਾਂ ਸ਼੍ਰੋਮਣੀ ਕਮੇਟੀ ਹੈਲਪ ਕਰਦੀ ਹੈ। ਤੇ ਸਿੱਖਾਂ ਦਾ ਕਿਰਦਾਰ ਦਾ ਹਿੱਸਾ ਆ ਸੇਵਾ ਕਰਨਾ। ਬਿਲਕੁਲ। ਤੇ ਉੱਥੇ ਜਿਹੜਾ ਅੰਦੋਲਨ ਹੈ ਉਹ ਸਿੱਖਾਂ ਦਾ ਜਾਂ ਜੱਟਾਂ ਦਾ ਤਾਂ ਨਹੀਂ ਨਾ ਲੜਿਆ ਜਾ ਰਿਹਾ। ਜਿੰਨੇ ਬਾਰਡਰ ਨੇ, ਉਹ ਵੇਖੋ ਕਿੰਨੀਆਂ ਸਟੇਟਾਂ ਦੇ ਲੋਕ, ਮਜ਼ਦੂਰ, ਆਮ ਵਰਗ, ਸਾਰਾ ਹਰ ਤਰ੍ਹਾਂ ਦਾ ਉੱਥੇ, ਹਿੰਦੂ ਵੀ ਬੈਠਾ ਆ, ਮੁਸਲਮਾਨ ਵੀ, ਈਸਾਈ, ਹਰ ਤਰ੍ਹਾਂ ਦੇ ਲੋਕ ਉੱਥੇ ਆ ਰਹੇ ਆ, ਜੋ ਸਭ ਵਾਸਤੇ ਆ। ਤੇ ਉਹ ਤਾਂ ਇਦਾਂ ਦੀ ਗੱਲ ਨਾ, ਬੇਬੁਨਿਆਦ ਗੱਲ ਆ, ਬੇਬੁਨਿਆਦ ਦੋਸ਼ ਹੈ ਜੀ। ਦਲਜੀਤ ਜੀ, ਆਖਰੀ ਸਵਾਲ, ਕੀ ਲੱਗਦਾ ਜਿੱਤ ਕਦੋਂ ਤੱਕ ਹੋਵੇਗੀ? ਅਸੀਂ ਬਹੁਤ ਦ੍ਰਿੜ ਹਾਂ ਜੀ। ਜਿੱਤ ਵਾਸਤੇ ਤਾਂ ਇੰਨੇ ਆਸਵੰਦ ਆ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਨੌਜਵਾਨ ਤੋਂ ਲੈ ਕੇ ਸਾਡੀ ਭੈਣ, ਬਜ਼ੁਰਗ, ਕਿਸੇ ਨੂੰ ਪੁੱਛ ਲਓ, ਉਹਨਾਂ ਦੇ ਇੱਕੋ ਮੂੰਹੋਂ ਗੱਲ ਆ ਕਿ ਜਿੰਨਾ ਚਿਰ ਖੂਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ। ਇਸ ਕਰਕੇ ਜਿੱਤ ਤਾਂ ਥੋੜੀ ਜੀ ਸਾਡੇ, ਮੈਨੂੰ 9 ਜਿੰਨਾ ਕੰਮ ਫਸਿਆ ਪਿਆ, ਜਿੱਤ ਤਾਂ ਇੰਨੇ ਨੇੜੇ ਆ ਜੀ। ਯਾਨੀ ਕਿ ਜਿੱਤ ਹੋਈ ਪਿਆ, ਐਲਾਨ ਹੋਣਾ ਬਾਕੀ ਹੈ। ਬਿਲਕੁਲ ਜੀ, ਬਿਲਕੁਲ ਐਲਾਨ ਹੋਣਾ ਬਾਕੀ ਹੈ ਜੀ। ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਸੋ ਇਹ ਸੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਦਲਜੀਤ ਸਿੰਘ, ਜਿਨ੍ਹਾਂ ਦੇ ਵੱਲੋਂ ਹਰ ਸਵਾਲ ਤੇ ਬਾਖੂਬੀ ਦੇ ਨਾਲ ਜਵਾਬ ਦਿੱਤਾ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ, ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।